ਅੱਜ ਅਸੀਂ ਪਰਮੇਸ਼ਵਰ ਮਨਾਂ ਨੂੰ ਪਰਖਦੇ ਹਨ। ਉਪਦੇਸ਼ ਸਿਰਲੇਖ ਨਾਲ ਬਾਈਬਲ ਦੁਆਰਾ ਪਰਮੇਸ਼ਵਰ ਦੇ ਵਚਨਾਂ ਦਾ ਅਧਿਐਨ ਕਰਨ ਜਾ ਰਹੇ ਹਾਂ। ਕੀ ਇਹ ਕਹੌਤਾਂ ਅਧਿਆਇ 17 ਵਿੱਚ ਨਹੀਂ ਲਿਖਿਆ ਹੈ? ਚਾਂਦੀ ਲਈ ਕੁਠਾਲੀ ਅਤੇ ਸੋਨੇ ਲਈ ਪੱਠੀ ਹੈ, ਪਰ ਮਨਾਂ ਦਾ ਪਰਖਣ ਵਾਲਾ ਯਹੋਵਾ ਹੈ। ਆਓ ਅਸੀਂ ਪਵਿੱਤਰ ਗ੍ਰੰਥ ਨੂੰ ਖੋਲੀਏ ਅਤੇ ਉਸ ਵਚਨ ਨੂੰ ਪੜ੍ਹੀਏ। ਕਹੌਤਾਂ ਅਧਿਆਇ 17 ਵਚਨ 3 ਇਹ ਕਹਿੰਦਾ ਹੈ, ਚਾਂਦੀ ਲਈ ਕੁਠਾਲੀ ਅਤੇ ਸੋਨੇ ਲਈ ਪੱਠੀ ਹੈ, ਪਰ ਕਿਸ ਦਾ ਪਰਖਣ ਵਾਲਾ ਯਹੋਵਾ ਹੈ? ਮਨਾਂ ਦਾ ਪਰਖਣ ਵਾਲਾ ਯਹੋਵਾ ਹੈ। ਪਰਮੇਸ਼ਵਰ ਦੇ ਸਾਰੇ ਵਚਨਾਂ ਵਿੱਚ ਉਹ ਸਿੱਖਿਆਵਾਂ ਹਨ ਜੋ ਸਾਡੇ ਮਨਾਂ ਨੂੰ ਪਰਖਦੀਆਂ ਹਨ। ਕਈ ਵਾਰ ਪਰਮੇਸ਼ਵਰ ਦੇ ਵਚਨਾਂ ਵਿੱਚ ਅਜਿਹੀਆਂ ਸਿੱਖਿਆਵਾਂ ਹੁੰਦੀਆਂ ਹਨ ਜੋ ਸਾਨੂੰ ਹੈਰਾਨ ਕਰਦੀਆਂ ਹਨ ਕਿ ਅਸੀਂ ਅਸਲ ਵਿੱਚ ਉਹਨਾਂ ਦਾ ਪਾਲਨ ਕਰ ਸਕਦੇ ਹਾਂ। ਪਰਮੇਸ਼ਵਰ ਦੇ ਵਚਨ ਦਾ ਪਾਲਨ ਕਰਨ, ਉਸ ਨੂੰ ਅਭਿਆਸ ਵਿੱਚ ਲਿਆਉਣ ਅਤੇ ਮੁਸ਼ਕਲਾਂ ਉੱਤੇ ਜਿੱਤ ਪਾਉਣ ਲਈ ਬਹੁਤ ਧੀਰਜ ਦੀ ਲੋੜ ਹੈ, ਬਹੁਤ ਮਿਹਨਤ ਦੀ ਲੋੜ ਹੈ ਅਤੇ ਬਹੁਤ ਕੋਸ਼ਿਸ਼ ਦੀ ਲੋੜ ਹੈ। ਇਸ ਲਈ ਬਾਈਬਲ ਕਹਿੰਦੀ ਹੈ, ਚਾਂਦੀ ਲਈ ਕੁਠਾਲੀ ਅਤੇ ਸੋਨੇ ਲਈ ਭੱਠੀ ਹੈ, ਪਰ ਮਨਾਂ ਦਾ ਪਰਖਣ ਵਾਲਾ ਯਹੋਵਾ ਹੈ। ਇੱਕ ਦ੍ਰਿਸ਼ ਹੈ ਜਿੱਥੇ ਪਰਮੇਸ਼ਵਰ ਸਾਨੂੰ ਵਿਖਾਉਂਦੇ ਹਨ ਕਿ ਕਿਵੇਂ ਉਹ ਸਾਡੇ ਮਨਾਂ ਨੂੰ ਪਰਖਦੇ ਹਨ ਅਤੇ ਸ਼ੁੱਧ ਕਰਦੇ ਹਨ। ਇਸ ਦ੍ਰਿਸ਼ ਨੂੰ ਜੰਗਲ ਵਿੱਚ 40 ਸਾਲ ਕਿਹਾ ਜਾਂਦਾ ਹੈ। ਇਜ਼ਰਾਈਲੀਆਂ ਨੇ ਜੰਗਲ ਵਿੱਚ ਜੋ 40 ਸਾਲ ਦੀ ਮਿਆਦ ਬਿਤਾਈ, ਉਹ ਸਾਡੇ ਵਿਸ਼ਵਾਸ ਦੇ ਜੰਗਲ ਦੇ ਜੀਵਨ ਲਈ ਇੱਕ ਪਰਛਾਵਾਂ ਅਤੇ ਉਦਾਹਰਨ ਸੀ। ਫਿਰ ਪਰਮੇਸ਼ਵਰ ਨੇ ਉਹਨਾਂ ਨੂੰ 40 ਸਾਲ ਜੰਗਲ ਵਿੱਚ ਕਿਉਂ ਬਿਤਾਉਣ ਦਿੱਤੇ? ਪਰਮੇਸ਼ਵਰ ਕੀ ਪਰਖਣਾ ਅਤੇ ਸ਼ੁੱਧ ਕਰਨਾ ਚਾਹੁੰਦੇ ਸੀ? ਪਰਮੇਸ਼ਵਰ ਹਰ ਪਲ ਉਹਨਾਂ ਦੇ ਮਨਾਂ ਨੂੰ ਪਰਖਣਾ ਅਤੇ ਸ਼ੁੱਧ ਕਰਨਾ ਚਾਹੁੰਦੇ ਸੀ। ਜਦੋਂ ਵੀ ਪਰਮੇਸ਼ਵਰ ਨੇ ਉਹਨਾਂ ਦੇ ਮਨਾਂ ਨੂੰ ਸ਼ੁੱਧ ਕੀਤਾ, ਉਦੋਂ ਪਰਮੇਸ਼ਵਰ ਨੇ ਉਹਨਾਂ ਨੂੰ ਕਿਸ ਵਾਤਾਵਰਣ ਵਿੱਚ ਰੱਖਿਆ? ਕੁਝ ਲੋਕ ਆਪਣੇ ਕਮਜ਼ੋਰ ਸਰੀਰ ਨੂੰ ਮਜ਼ਬੂਤ ਬਣਾਉਣ ਲਈ ਬਹੁਤ ਮੁਸ਼ਕਿਲ ਸਿਖਲਾਈ ਵਿੱਚੋਂ ਲੰਘਦੇ ਹਨ। ਸਿਖਲਾਈ ਦੇ ਦੌਰਾਨ ਹਮੇਸ਼ਾ ਮੁਸ਼ਕਿਲ ਅਤੇ ਔਖਾ ਹੁੰਦਾ ਹੈ। ਸਿਖਲਾਈ ਇਸ ਤਰ੍ਹਾਂ ਹੋਣੀ ਚਾਹੀਦੀ ਹੈ ਕਿਉਂਕਿ ਉਹ ਦੂਸਰੇ ਲੋਕਾਂ ਵਾਂਗ ਜੀਵਨ ਜਿਉਂਦੇ ਹੋਏ ਉਹ ਹਾਸਿਲ ਨਹੀਂ ਕਰ ਸਕਦੇ ਜੋ ਉਹ ਚਾਹੁੰਦੇ ਹਨ। ਆਮ ਤੌਰ ਤੇ ਲੋਕ ਜ਼ਿਆਦਾ ਭਾਰ ਨਹੀਂ ਚੁੱਕਦੇ, ਪਰ ਜੋ ਲੋਕ ਆਪਣੀ ਮਾਸਪੇਸ਼ੀਆਂ ਅਤੇ ਤਾਕਤ ਦਾ ਨਿਰਮਾਣ ਕਰਨ ਦੀ ਕੋਸ਼ਿਸ਼ ਕਰਦੇ ਹਨ, ਉਹ ਜਾਣਬੁੱਝ ਕੇ ਭਾਰੀਆਂ ਚੀਜ਼ਾਂ ਚੁੱਕਦੇ ਹਨ, ਜਾਂ ਉਹ ਹਰ ਦਿਨ ਭਾਰੀ ਚੀਜ਼ ਲੈ ਕੇ ਉੱਠਦੇ ਅਤੇ ਬੈਠਦੇ ਹਨ। ਇਸ ਪ੍ਰਕਾਰ ਦੇ ਲੋਕ ਹੋਰ ਲੋਕਾਂ ਦੀ ਤੁਲਨਾ ਵਿੱਚ ਮਜ਼ਬੂਤ ਹੋਣ ਲਈ ਕਸਰਤ ਕਰਨ ਦੀ ਆਦਤ ਬਣਾਉਂਦੇ ਹਨ। ਇਸ ਲਈ ਪਰਮੇਸ਼ਵਰ ਨੇ ਕਿਹਾ ਕਿ ਉਹ ਸਾਡੇ ਮਨਾਂ ਨੂੰ ਪਰਖਣ ਅਤੇ ਸ਼ੁੱਧ ਕਰਨ ਲਈ ਸਾਨੂੰ ਕੀ ਦੇਣਗੇ? ਰਸੂਲਾਂ ਦੀ ਕਿਤਾਬ ਵਿੱਚ ਲਿਖੇ ਜ਼ਿਕਰਾਂ ਦੇ ਅਨੁਸਾਰ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨ ਲਈ ਸਾਨੂੰ ਕੀ ਚੁੱਕਣਾ ਪਵੇਗਾ? ਅਸੀਂ ਬਹੁਤ ਬਿਪਤਾ ਸਹਿ ਕੇ ਪਰਮੇਸ਼ਵਰ ਦੇ ਰਾਜ ਵਿੱਚ ਵੜਨਾ ਹੈ। ਸਾਰੇ ਲੋਕੋ, ਜੇਕਰ ਅਸੀਂ ਪਰਮੇਸ਼ਵਰ ਉੱਤੇ ਵਿਸ਼ਵਾਸ ਕਰਦੇ ਹਾਂ, ਫਿਰ ਕੀ ਸਾਡੇ ਲਈ ਇੱਕ ਸੌਖਾ ਰਾਹ ਨਹੀਂ ਖੋਲ੍ਹਿਆ ਜਾਣਾ ਚਾਹੀਦਾ? ਯਿਸੂ ਨੇ ਕਿਹਾ ਕਿ ਉਹਨਾਂ ਦੇ ਪਿੱਛੇ ਚੱਲਣ ਲਈ ਸਾਨੂੰ ਕੀ ਲੈਣਾ ਚਾਹੀਦਾ ਹੈ? ਉਹਨਾਂ ਨੇ ਕਿਹਾ, ਜੋ ਕੋਈ ਮੇਰੇ ਪਿੱਛੇ ਆਉਣਾ ਚਾਹੇ, ਉਹ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ। ਜੇਕਰ ਅਸੀਂ ਪਰਮੇਸ਼ਵਰ ਉੱਤੇ ਵਿਸ਼ਵਾਸ ਕਰਦੇ ਹਾਂ ਅਤੇ ਪਰਮੇਸ਼ਵਰ ਦੇ ਮਾਰਗ ਦਾ ਪਾਲਨ ਕਰਨਾ ਚਾਹੁੰਦੇ ਹਾਂ, ਫਿਰ ਸਾਨੂੰ ਆਪਣੀ ਸਲੀਬ ਚੁੱਕਣੀ ਚਾਹੀਦੀ ਹੈ। ਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਮੁਸ਼ਕਿਲਾਂ ਦੇ ਰਾਹ ਅਤੇ ਦੁੱਖਾਂ ਦੇ ਰਾਹ ਉੱਤੇ ਚੱਲਣਾ ਹੈ। ਫਿਰ ਪਰਮੇਸ਼ਵਰ ਸਾਨੂੰ ਕਸ਼ਟ ਕਿਉਂ ਦਿੰਦੇ ਹਨ? ਕੁਝ ਲੋਕ ਸੋਚ ਸਕਦੇ ਹਨ ਕਿ ਸਾਨੂੰ ਬਹੁਤ ਪੈਸਾ ਕਮਾਉਣਾ ਚਾਹੀਦਾ ਹੈ, ਸਾਨੂੰ ਸਕੂਲ ਵਿੱਚ ਚੰਗੇ ਅੰਕ ਮਿਲਣੇ ਚਾਹੀਦੇ ਹਨ ਅਤੇ ਸਾਡਾ ਪਰਿਵਾਰ ਖੁਸ਼ਹਾਲ ਹੋਣਾ ਚਾਹੀਦਾ ਹੈ ਕਿਉਂਕਿ ਅਸੀਂ ਪਰਮੇਸ਼ਵਰ ਉੱਤੇ ਵਿਸ਼ਵਾਸ ਕਰਦੇ ਹਾਂ। ਭਾਵੇਂ ਅਸੀਂ ਪਰਮੇਸ਼ਵਰ ਉੱਤੇ ਵਿਸ਼ਵਾਸ ਕਰਦੇ ਹਾਂ, ਕਈ ਵਾਰ ਸਾਨੂੰ ਮੁਸ਼ਕਿਲਾਂ, ਦੁੱਖਾਂ ਅਤੇ ਕੁਦਰਤੀ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਭਾਵੇਂ ਅਸੀਂ ਪਰਮੇਸ਼ਵਰ ਉੱਤੇ ਵਿਸ਼ਵਾਸ ਕਰਦੇ ਹਾਂ, ਪਰ ਇਹ ਗੱਲਾਂ ਕਿਉਂ ਹੋ ਰਹੀਆਂ ਹਨ? ਇਸ ਦੇ ਪਿੱਛੇ ਇੱਕ ਕਾਰਨ ਹੈ। ਬਾਈਬਲ ਕਹਿੰਦੀ ਹੈ, ਚਾਂਦੀ ਲਈ ਕੁਠਾਲੀ ਅਤੇ ਸੋਨੇ ਲਈ ਭੱਠੀ ਹੈ, ਪਰ ਮਨਾਂ ਦਾ ਪਰਖਣ ਵਾਲਾ ਯਹੋਵਾ ਹੈ। ਜੇਕਰ ਸਾਨੂੰ ਸਿਰਫ ਚੰਗੀ ਸਥਿਤੀਆਂ ਦਿੱਤੀਆਂ ਜਾਣ, ਫਿਰ ਕੀ ਸਾਨੂੰ ਕਦੇ ਵੀ ਸ਼ੁੱਧ ਹੋਣ ਦਾ ਮੌਕਾ ਮਿਲ ਸਕਦਾ ਹੈ? ਪਰਮੇਸ਼ਵਰ ਸਾਨੂੰ ਮੁਸ਼ਕਿਲ ਸਥਿਤੀਆਂ ਵਿੱਚ ਪਾ ਕੇ ਸਾਡੇ ਮਨਾਂ ਨੂੰ ਪਰਖਦੇ ਹਨ ਅਤੇ ਸ਼ੁੱਧ ਕਰਦੇ ਹਨ ਅਤੇ ਦੇਖਦੇ ਹਨ ਕਿ ਅਸੀਂ ਉਹਨਾਂ ਮੁਸ਼ਕਿਲ ਸਥਿਤੀਆਂ ਵਿੱਚੋਂ ਕਿਵੇਂ ਜਿੱਤ ਪਾਉਂਦੇ ਹਾਂ। ਇਸ ਦੇ ਇਲਾਵਾ ਪਰਮੇਸ਼ਵਰ ਉਹਨਾਂ ਸਥਿਤੀਆਂ ਦੁਆਰਾ ਸਵਰਗੀ ਸੰਤਾਨਾਂ ਦੀ ਚੋਣ ਕਰਦੇ ਹਨ। ਭਾਵੇਂ ਦਾਊਦ ਦੇ ਪਿਤਾ ਦੇ 8 ਪੁੱਤਰ ਸੀ, ਪਹਿਲਾ ਪੁੱਤਰ ਐਲੀਆਬ ਉਹ ਨਹੀਂ ਹੈ ਜਿਸ ਨੂੰ ਮੈਂ ਚੁਣਿਆ ਹੈ,
ਦੂਸਰਾ ਪੁੱਤਰ ਵੀ ਨਹੀਂ, ਤੀਸਰਾ ਵੀ ਨਹੀਂ। ਜਦੋਂ ਸੈਮੂਅਲ ਰਾਜਾ ਸ਼ਾਉਲ ਦੀ ਥਾਂ ਤੇ ਦੂਸਰੇ ਰਾਜਾ ਨੂੰ ਚੁਣਨ ਗਿਆ, ਫਿਰ ਉਸਨੇ ਦੇਖਿਆ ਕਿ ਯੱਸੀ ਦਾ ਪੁੱਤਰ ਸੰਸਕ੍ਰਿਤ, ਸੁੰਦਰ ਅਤੇ ਮਜ਼ਬੂਤ ਆਦਮੀ ਸੀ। ਹਾਲਾਂਕਿ ਪਰਮੇਸ਼ਵਰ ਨੇ ਉਹਨਾਂ ਸਾਰਿਆਂ ਨੂੰ ਇਹ ਕਹਿੰਦੇ ਹੋਏ ਅਸਵੀਕਾਰ ਕਰ ਦਿੱਤਾ, ਇਹ ਨਹੀਂ, ਉਹ ਵੀ ਨਹੀਂ। ਫਿਰ ਸ਼ੈਮੂਅਲ ਨੇ ਦਾਊਦ ਦੇ ਪਿਤਾ ਯੱਸੀ ਤੋਂ ਪੁੱਛਿਆ ਕਿ ਤੇਰੇ ਕੋਈ ਹੋਰ ਪੁੱਤਰ ਹੈ? ਯੱਸੀ ਨੇ ਉੱਤਰ ਦਿੱਤਾ, ਠੀਕ ਹੈ, ਮੇਰਾ ਇੱਕ ਹੋਰ ਪੁੱਤਰ ਹੈ, ਪਰ ਉਹ ਭੇਡ ਬੱਕਰੀਆਂ ਨੂੰ ਚਰਾ ਰਿਹਾ ਹੈ। ਸ਼ੈਮੂਅਲ ਨੇ ਕਿਹਾ, ਉਹਨੂੰ ਕੱਲ ਸੱਦ। ਇਸ ਲਈ ਦਾਊਦ ਨੂੰ ਘਰ ਲਿਆਇਆ ਗਿਆ। ਜਦੋਂ ਸ਼ੈਮੂਅਲ ਨੇ ਦਾਊਦ ਨੂੰ ਦੇਖਿਆ, ਤਦ ਉਹ ਇੱਕ ਛੋਟਾ ਮੁੰਡਾ ਸੀ ਜੋ ਚੰਗੀ ਤਰ੍ਹਾਂ ਨਿਰਮਿਤ ਅਤੇ ਚੰਗੇ ਵਿਖਣ ਵਾਲੇ ਉਸ ਦੇ ਵੱਡੇ ਭਰਾਵਾਂ ਦੇ ਉਲਟ ਸੀ, ਅਤੇ ਉਸ ਦੇ ਚਿਹਰੇ ਤੋਂ ਅਜੇ ਵੀ ਬੱਚਿਆਂ ਦੇ ਵਾਲ ਸੀ। ਜਦੋਂ ਸ਼ੈਮੂਅਲ ਨੇ ਯੱਸੀ ਦੇ ਸਭ ਤੋਂ ਵੱਡੇ ਪੁੱਤਰ ਨੂੰ ਵੇਖਿਆ, ਫਿਰ ਉਸਨੇ ਸੋਚਿਆ ਇਹ ਉਹੀ ਹੋਣਾ ਚਾਹੀਦਾ ਹੈ ਜਿਸ ਨੂੰ ਪਰਮੇਸ਼ਵਰ ਨੇ ਚੁਣਿਆ ਹੈ। ਹਾਲਾਂਕਿ ਪਰਮੇਸ਼ਵਰ ਨੇ ਕਿਹਾ, ਯਹੋਵਾ ਦਾ ਵੇਖਣਾ ਮਨੁੱਖ ਵਰਗਾ ਨਹੀਂ ਹੈ। ਮਨੁੱਖ ਤਾਂ ਬਾਹਰਲਾ ਰੂਪ ਵੇਖਦਾ ਹੈ, ਪਰ ਯਹੋਵਾ ਹਿਰਦੇ ਨੂੰ ਵੇਖਦਾ ਹੈ। ਬਾਹਰੀ ਰੂਪ ਅਤੇ ਦਿਲ ਕਈ ਵਾਰ ਇੱਕ ਹੋ ਸਕਦੇ ਹਨ, ਪਰ ਕਈ ਵਾਰ ਅਜਿਹਾ ਨਹੀਂ ਹੁੰਦਾ ਹੈ। ਇਸ ਕਾਰਨ ਪਰਮੇਸ਼ਵਰ ਨੇ ਦਾਊਦ ਨੂੰ ਚੁਣਿਆ ਅਤੇ ਸ਼ੈਮੂਅਲ ਨੂੰ ਕਿਹਾ ਕਿ ਉਹ ਉਸ ਦਾ ਮਸਾ ਕਰੇ, ਕਿਉਂਕਿ ਪਰਮੇਸ਼ਵਰ ਨੇ ਦਾਊਦ ਦੇ ਮਨ ਨੂੰ ਵੇਖਿਆ ਅਤੇ ਉਸ ਦੇ ਵਿਸ਼ਵਾਸ ਨੂੰ ਸਭ ਤੋਂ ਵੱਡਾ ਵਿਸ਼ਵਾਸ ਮੰਨਿਆ। ਇਹ ਤੁਹਾਡੇ ਲਈ ਅਤੇ ਮੇਰੇ ਲਈ ਵੀ ਲਾਗੂ ਹੁੰਦਾ ਹੈ। ਸਾਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਅਤੇ ਖੁਦ ਤੋਂ ਪੁੱਛਣਾ ਚਾਹੀਦਾ ਹੈ, ਸਾਡਾ ਬਾਹਰੀ ਰੂਪ ਭਾਵੇਂ ਜਿਸ ਤਰ੍ਹਾਂ ਦਾ ਵੀ ਹੋਵੇ, ਕਿ ਸਾਡਾ ਮਨ ਦਾਊਦ ਵਾਂਗ ਪਰਮੇਸ਼ਵਰ ਨੂੰ ਖੁਸ਼ੀ ਦਿੰਦਾ ਹੈ? ਕਿ ਅਸੀਂ ਦਾਊਦ ਵਾਂਗ ਖੜੇ ਹਾਂ ਜੋ ਯੋਗ ਗਿਣਿਆ ਗਿਆ ਸੀ? 1913 ਵਿੱਚ ਪੋਲੀਆਨਾ ਨਾਮਕ ਇੱਕ ਨਾਵਲ ਅਮਰੀਕਾ ਵਿੱਚ ਪ੍ਰਕਾਸ਼ਿਤ ਹੋਇਆ ਸੀ। ਇਸ ਨਾਵਲ ਵਿੱਚ ਪੋਲੀਆਨਾ ਨਾਮ ਦੀ ਇੱਕ ਛੋਟੀ ਕੁੜੀ ਸੀ। ਇਸ ਛੋਟੀ ਕੁੜੀ ਨੇ ਆਪਣਾ ਜੀਵਨ ਖੇਲ ਖੇਡ ਕੇ ਬਿਤਾਇਆ ਸੀ, ਜਿਸ ਨੂੰ ਖੁਸ਼ੀ ਦਾ ਖੇਡ ਕਿਹਾ ਗਿਆ ਸੀ, ਜਿਸ ਵਿੱਚ ਹਰ ਸਥਿਤੀ ਵਿੱਚ ਖੁਸ਼ ਹੋਣ ਲਈ ਕੁਝ ਨਾ ਕੁਝ ਲੱਭਣਾ ਸ਼ਾਮਿਲ ਸੀ, ਭਾਵੇਂ ਸਥਿਤੀ ਕਿੰਨੀ ਵੀ ਨਿਰਾਸ਼ਾਜਨਕ ਕਿਉਂ ਨਾ ਹੋਵੇ। ਨਾਵਲ ਦੀ ਕੁੜੀ ਪੋਲੀਆਨਾ ਸਕਾਰਾਤਮਕਤਾ ਦਾ ਪੜਨਾਵ ਹੈ। ਉਦਾਹਰਣ ਲਈ, ਨਾਵਲ ਵਿੱਚ ਉਸ ਨੂੰ ਆਪਣੀ ਮੁਸ਼ਕਿਲ ਸਥਿਤੀਆਂ ਕਰਕੇ ਇੱਕ ਕਮਰੇ ਵਿੱਚ ਰਹਿਣਾ ਪਿਆ। ਉਹ ਸ਼ਿਕਾਇਤ ਕਰ ਸਕਦੀ ਸੀ ਅਤੇ ਬੁੜਬੁੜਾਉਂਦੇ ਹੋਏ ਕਹਿ ਸਕਦੀ ਸੀ, ਮੈਂ ਕਿੰਨੀ ਗਰੀਬ ਕੁੜੀ ਹਾਂ। ਦੂਸਰੇ ਲੋਕਾਂ ਕੋਲ ਇੱਕ ਵੱਡੀ ਬੈਠਕ ਹੈ ਅਤੇ ਇੱਕ ਵੱਡੇ ਬਿਸਤਰ ਨਾਲ ਇੱਕ ਕਮਰਾ ਹੈ, ਪਰ ਮੈਂ ਇਸ ਮਾੜੇ ਕਮਰੇ ਵਿੱਚ ਰਹਿਣਾ ਹੈ ਜਿਸ ਵਿੱਚ ਪਰਦੇ ਵੀ ਨਹੀਂ ਹਨ। ਪਰ ਪੋਲੀਆਨਾ ਨੇ ਹਮੇਸ਼ਾ ਕੁਝ ਅਜਿਹੀ ਚੀਜ਼ ਲੱਭਣ ਦੀ ਕੋਸ਼ਿਸ਼ ਕੀਤੀ ਜਿਸ ਵਿੱਚ ਉਹ ਹਰ ਇੱਕ ਸਥਿਤੀ ਵਿੱਚ ਖੁਸ਼ ਹੋ ਸਕੇ। ਕਿਸੇ ਵੀ ਸਥਿਤੀ ਦੀ ਪਰਵਾਹ ਕੀਤੇ ਬਿਨਾਂ ਉਹ ਖੁਸ਼ ਹੋਣ ਦਾ ਇੱਕ ਕਾਰਨ ਲੱਭਦੀ ਸੀ। ਇਸ ਲਈ ਉਸਨੇ ਖੁਸ਼ੀ ਦੀ ਖੇਡ ਦੁਆਰਾ ਉਸ ਸਥਿਤੀ ਵਿੱਚ ਵੀ ਖੁਸ਼ ਹੋਣ ਦਾ ਕਾਰਨ ਇਹ ਸੋਚ ਕੇ ਲੱਭਿਆ, ਮੈਨੂੰ ਖੁਸ਼ੀ ਹੈ ਕਿ ਮੈਂ ਜਿੰਨਾ ਚਾਹਾਂ ਆਸਮਾਨ ਨੂੰ ਦੇਖ ਸਕਦੀ ਹਾਂ, ਕਿਉਂਕਿ ਮੈਂ ਇਸ ਬਿਨਾਂ ਪਰਦੇ ਦੇ ਕਮਰੇ ਵਿੱਚ ਰਹਿੰਦੀ ਹਾਂ। ਇੱਕ ਦਿਨ ਉਹ ਦੇਰ ਨਾਲ ਘਰ ਆਈ, ਇਸ ਕਰਕੇ ਉਸ ਨੂੰ ਰਾਤ ਦੇ ਖਾਣੇ ਵਿੱਚ ਦੇਰ ਹੋ ਗਈ। ਰਾਤ ਦਾ ਖਾਣਾ ਪਹਿਲਾਂ ਹੀ ਖਤਮ ਹੋ ਗਿਆ ਸੀ ਅਤੇ ਉਸ ਦੇ ਕੋਲ ਖਾਣ ਲਈ ਸਿਰਫ ਬ੍ਰੈਡ ਦਾ ਇੱਕ ਟੁਕੜਾ ਸੀ। ਉਸਨੇ ਥੋੜੇ ਖਾਣੇ ਬਾਰੇ ਇਹ ਕਹਿ ਕੇ ਸ਼ਿਕਾਇਤ ਨਹੀਂ ਕੀਤੀ, ਹੋਰ ਲੋਕ ਮਾਂਸ ਅਤੇ ਸੁਆਦੀ ਭੋਜਨ ਦਾ ਆਨੰਦ ਲੈਂਦੇ ਹਨ, ਪਰ ਮੇਰੇ ਕੋਲ ਸਿਰਫ ਬ੍ਰੈਡ ਦਾ ਇੱਕ ਟੁਕੜਾ ਹੈ। ਇਸ ਦੇ ਬਜਾਏ ਉਸਨੇ ਕਿਹਾ, ਮੈਨੂੰ ਸੱਚੀ ਬ੍ਰੈਡ ਪਸੰਦ ਹੈ। ਪੋਲੀਆਨਾ ਦੇ ਸਕਾਰਾਤਮਕ ਚਰਿੱਤਰ ਕਾਰਨ ਉਹ ਜਿਸ ਕਿਸੇ ਨੂੰ ਵੀ ਮਿਲਦੀ ਸੀ, ਉਹ ਉਸ ਦਾ دیਵਾਨਾ ਹੋ ਜਾਂਦਾ ਸੀ। ਜਿਵੇਂ ਜਿਵੇਂ ਖੁਸ਼ੀ ਦੀ ਖੇਡ ਲਗਾਤਾਰ ਅੱਗੇ ਵਧੀ, ਉਸ ਦੇ ਪਿੰਡ ਦੇ ਹਾਲਾਤ ਜੋ ਕਦੇ ਉਦਾਸ ਸੀ, ਖੁਸ਼ ਹੋ ਗਏ। ਪੋਲੀਆਨਾ ਵਾਂਗ ਪਿੰਡ ਦੇ ਸਾਰੇ ਲੋਕਾਂ ਨੇ ਅਜਿਹੇ ਕਾਰਨ ਲੱਭਣ ਦੀ ਕੋਸ਼ਿਸ਼ ਕੀਤੀ ਜਿਸ ਨਾਲ ਉਹ ਖੁਸ਼ ਹੋ ਸਕਣ। ਫਿਰ ਪੂਰੇ ਪਿੰਡ ਦੇ ਲੋਕ ਖੁਸ਼ੀ ਅਤੇ ਆਨੰਦ ਨਾਲ ਭਰ ਗਏ ਅਤੇ ਕੋਈ ਸ਼ਿਕਾਇਤ ਜਾਂ ਬੁੜਬੁੜਾਉਣ ਵਾਲਾ ਨਹੀਂ ਸੀ। ਜਿਸ ਨੇ ਵੀ ਖੁਸ਼ੀ ਦੀ ਖੇਡ ਵਿੱਚ ਭਾਗ ਲਿਆ, ਭਾਵੇਂ ਉਹ ਛੋਟੇ ਬੱਚੇ ਹੋਣ ਜਾਂ ਬਾਲਗ, ਆਪਣੇ ਜੀਵਨ ਵਿੱਚ ਖੁਸ਼ ਰਹਿਣ ਲਈ ਇੱਕ ਕਾਰਨ ਨੂੰ ਲੱਭਿਆ। ਸਾਡੇ ਨਾਲ ਵੀ ਅਜਿਹਾ ਹੀ ਹੈ। ਭਾਵੇਂ ਹੀ ਕੁਝ ਮੈਂਬਰ ਕਹਿ ਸਕਦੇ ਹਨ, ਮੇਰੇ ਪਤੀ ਨੇ ਆਪਣੀ ਨੌਕਰੀ ਗਵਾ ਦਿੱਤੀ ਅਤੇ ਬਿਪਤਾ ਦੇ ਕਾਰਨ ਮੇਰਾ ਪਰਿਵਾਰ ਟੁੱਟ ਗਿਆ ਹੈ, ਪਰ ਉਸ ਸਥਿਤੀ ਵਿੱਚ ਸਾਨੂੰ ਇਹ ਕਹਿਣ ਦੀ ਬਜਾਏ ਸਾਡੇ ਮਨਾਂ ਨੂੰ ਸ਼ੁੱਧ ਕਰਨ ਵਾਲੇ ਪਰਮੇਸ਼ਵਰ ਦੀ ਇੱਛਾ ਨੂੰ ਲੱਭਣਾ ਚਾਹੀਦਾ ਹੈ।
ਸਾਨੂੰ ਇਹ ਕਹਿਣਾ ਚਾਹੀਦਾ ਹੈ, ਮੈਂ ਪਰਮੇਸ਼ਵਰ ਦੇ ਪ੍ਰਤੀ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਸੱਚੇ ਪਿਤਾ ਅਤੇ ਮਾਤਾ ਪਰਮੇਸ਼ਵਰ ਨੂੰ ਮਿਲਣ ਦੀ ਇਜਾਜ਼ਤ ਦਿੱਤੀ। ਸਾਨੂੰ ਪਰਮੇਸ਼ਵਰ ਦੀ ਇੱਛਾ ਨੂੰ ਲੱਭਣ ਦੀ ਜ਼ਰੂਰਤ ਹੈ ਜੋ ਸਾਨੂੰ ਆਸ਼ੀਸ਼ ਦੇਣਾ ਚਾਹੁੰਦੇ ਹਨ ਅਤੇ ਅੰਤ ਵਿੱਚ ਸਾਨੂੰ ਖੁਸ਼ੀ ਦੇਣਾ ਚਾਹੁੰਦੇ ਹਨ। ਸਾਨੂੰ ਸੋਚਣਾ ਚਾਹੀਦਾ ਹੈ, ਪਹਿਲਾਂ ਮੇਰੇ ਪਤੀ ਕੰਮ ਵਿੱਚ ਇੰਨੇ ਰੁੱਝੇ ਸੀ ਕਿ ਉਹਨਾਂ ਕੋਲ ਬਾਈਬਲ ਦੇ ਇੱਕ ਵੀ ਵਚਨ ਦਾ ਅਧਿਐਨ ਕਰਨ ਦਾ ਸਮਾਂ ਨਹੀਂ ਸੀ, ਪਰ ਹੁਣ ਜਦੋਂ ਉਹ ਘਰ ਵਿੱਚ ਰਹਿੰਦੇ ਹਨ ਤਾਂ ਉਹਨਾਂ ਕੋਲ ਬਾਈਬਲ ਦਾ ਵਚਨ ਅਧਿਐਨ ਕਰਨ ਅਤੇ ਪਰਮੇਸ਼ਵਰ ਦੇ ਨੇੜੇ ਰਹਿਣ ਲਈ ਜ਼ਿਆਦਾ ਸਮਾਂ ਹੈ। ਮੈਂ ਇਸ ਤੋਂ ਖੁਸ਼ ਹਾਂ। ਸਾਨੂੰ ਸਾਰੇ ਸਿਯੋਨ ਵਿੱਚ ਖੁਸ਼ੀ ਦੀ ਖੇਡ ਖੇਡਣੀ ਚਾਹੀਦੀ ਹੈ ਤਾਂ ਜੋ ਅਸੀਂ ਹਰ ਚੀਜ਼ ਵਿੱਚ ਹਮੇਸ਼ਾ ਖੁਸ਼ੀ ਅਤੇ ਆਨੰਦ ਲੱਭ ਸਕੀਏ। ਇਸ ਲਈ ਪਹਿਲਾ ਥੈਸਲੋਨੀਕੀਆਂ ਅਧਿਆਇ 5 ਕੀ ਕਹਿੰਦਾ ਹੈ? ਇਹ ਕਹਿੰਦਾ ਹੈ, ਸਦਾ ਆਨੰਦ ਰਹੋ, ਨਿਤ ਪ੍ਰਾਰਥਨਾ ਕਰੋ, ਹਰ ਹਾਲ ਵਿੱਚ ਧੰਨਵਾਦ ਕਰੋ। ਸਾਨੂੰ ਹੋਰ ਲੋਕਾਂ ਦੇ ਨਾਲ ਆਪਣੀ ਤੁਲਨਾ ਨਹੀਂ ਕਰਨੀ ਚਾਹੀਦੀ ਅਤੇ ਇਹ ਸੋਚ ਕੇ ਖੁਦ ਨੂੰ ਉਦਾਸ ਮਹਿਸੂਸ ਨਹੀਂ ਕਰਵਾਉਣਾ ਚਾਹੀਦਾ ਕਿ ਉਸ ਮੈਂਬਰ ਦੇ ਕੋਲ ਕੋਈ ਸਮੱਸਿਆ ਨਹੀਂ ਹੈ ਪਰ ਮੇਰੇ ਕੋਲ ਬਹੁਤ ਸਾਰੀ ਸਮੱਸਿਆਵਾਂ ਹਨ। ਇਸ ਦੇ ਬਜਾਏ ਆਓ ਅਸੀਂ ਪੋਲੀਆਨਾ ਵਾਂਗ ਬਣੀਏ, ਜਿਸ ਨੇ ਕਿਹਾ, ਮੈਨੂੰ ਇਸ ਕਮਰੇ ਨਾਲ ਪਿਆਰ ਹੈ ਜਿਸ ਵਿੱਚ ਪਰਦੇ ਨਹੀਂ ਹਨ, ਕਿਉਂਕਿ ਜਿਵੇਂ ਹੀ ਮੈਂ ਆਪਣੀਆਂ ਅੱਖਾਂ ਖੋਲ੍ਹਦੀ ਹਾਂ ਮੈਂ ਆਸਮਾਨ ਦੇਖ ਸਕਦੀ ਹਾਂ। ਅਤੇ ਜਦੋਂ ਉਸ ਦੇ ਕੋਲ ਖਾਣ ਲਈ ਸਿਰਫ ਬ੍ਰੈਡ ਸੀ, ਫਿਰ ਉਸਨੇ ਕਿਹਾ, ਮੈਨੂੰ ਸੱਚੀ ਬ੍ਰੈਡ ਪਸੰਦ ਹੈ। ਸਾਰੇ ਲੋਕੋ, ਸਾਨੂੰ ਸਿਯੋਨ ਵਿੱਚ ਖੁਸ਼ੀ ਦੀ ਖੇਡ ਜ਼ਰੂਰ ਖੇਡਣੀ ਚਾਹੀਦੀ ਹੈ। ਭਾਵੇਂ ਕੋਈ ਭਰਾ ਜਾਂ ਭੈਣ ਕੁਝ ਅਜਿਹਾ ਕਹਿ ਦੇਣ ਜਿਸ ਵਿੱਚ ਤੁਹਾਨੂੰ ਬੇਆਰਾਮ ਮਹਿਸੂਸ ਹੋਵੇ, ਪਰ ਤੁਹਾਨੂੰ ਦੁਖਦਾਈ ਮਹਿਸੂਸ ਕਰਨ ਦੇ ਬਜਾਏ ਇਹ ਸੋਚਣਾ ਚਾਹੀਦਾ ਹੈ, ਹੁਣ ਮੈਨੂੰ ਪਤਾ ਹੈ ਕਿ ਮੈਨੂੰ ਕਦੇ ਵੀ ਕਿਸੇ ਨੂੰ ਅਜਿਹਾ ਕੁਝ ਨਹੀਂ ਕਹਿਣਾ ਚਾਹੀਦਾ ਕਿਉਂਕਿ ਇਸ ਨਾਲ ਅਜਿਹਾ ਮਹਿਸੂਸ ਹੁੰਦਾ ਹੈ। ਤੁਹਾਨੂੰ ਇਹ ਵੀ ਸੋਚਣਾ ਚਾਹੀਦਾ ਹੈ, ਇਹ ਵੀ ਨਾ ਜਾਣਦੇ ਹੋਏ ਕਿ ਇਹ ਕਿਵੇਂ ਲੱਗਦਾ ਹੈ, ਮੈਂ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਅਜਿਹਾ ਕੁਝ ਕਹਿ ਸਕਦਾ ਹਾਂ, ਜਾਂ ਬਿਨਾਂ ਜਾਣੇ ਕਿ ਇਹ ਕਿਵੇਂ ਵਿਖਦਾ ਹੈ ਮੈਂ ਉਸ ਤਰ੍ਹਾਂ ਦਾ ਚਿਹਰਾ ਬਣਾ ਸਕਦਾ ਹਾਂ। ਸਾਨੂੰ ਹਰ ਸਥਿਤੀ ਵਿੱਚ ਹਮੇਸ਼ਾ ਅਜਿਹਾ ਹੀ ਵਿਚਾਰ ਕਰਦੇ ਰਹਿਣਾ ਚਾਹੀਦਾ ਹੈ। ਬਾਈਬਲ ਕਹਿੰਦੀ ਹੈ, ਚਾਂਦੀ ਲਈ ਕੁਠਾਲੀ ਅਤੇ ਸੋਨੇ ਲਈ ਭੱਠੀ ਹੈ, ਪਰ ਕਿਸ ਨੂੰ ਪਰਖਣ ਵਾਲਾ ਯਹੋਵਾ ਹੈ। ਪਰਮੇਸ਼ਵਰ ਸਾਨੂੰ ਕਈ ਵੱਖ-ਵੱਖ ਸਥਿਤੀਆਂ ਵਿੱਚ ਰੱਖਦੇ ਹਨ। ਉਹ ਸਾਨੂੰ ਹਰ ਸਥਿਤੀ ਵਿੱਚ ਰੱਖ ਕੇ ਕੀ ਪਰਖਦੇ ਹਨ? ਪਰਮੇਸ਼ਵਰ ਨੇ ਜੰਗਲ ਵਿੱਚ ਇਜ਼ਰਾਈਲੀਆਂ ਦੇ 40 ਸਾਲ ਦੇ ਲੰਬੇ ਜੀਵਨ ਦੇ ਦੌਰਾਨ ਉਹਨਾਂ ਦੇ ਮਨਾਂ ਨੂੰ ਪਰਖਿਆ। ਕਈ ਵਾਰ ਪਰਮੇਸ਼ਵਰ ਨੇ ਦੁਸ਼ਮਣਾਂ ਨੂੰ ਬਹੁਤ ਸ਼ਕਤੀਸ਼ਾਲੀ ਵਿਖਣ ਦਿੱਤਾ ਅਤੇ ਉਹਨਾਂ ਦੇ ਹਥਿਆਰ ਜਾਂ ਉਹਨਾਂ ਦੇ ਸ਼ਹਿਰ ਦੀ ਸਥਿਤੀ ਇਜ਼ਰਾਈਲੀਆਂ ਦੀ ਤੁਲਨਾ ਵਿੱਚ ਜੋ ਸਿਰਫ ਜੰਗਲ ਵਿੱਚ ਤੁਰ ਰਹੇ ਸੀ ਵਧੀਆ ਵਿਖਣ ਦਿੱਤੀ। ਉਹਨਾਂ ਨੂੰ ਅਜਿਹੇ ਦੁਸ਼ਮਣਾਂ ਨਾਲ ਲੜਨਾ ਪਿਆ ਜੋ ਸਾਰੇ ਵੱਡੇ ਕੱਦ ਵਾਲੇ ਦਿਖਦੇ ਸੀ, ਜਦ ਕਿ ਉਹ ਆਪਣੀ ਨਜ਼ਰ ਵਿੱਚ ਕੀੜੇ ਦੇ ਵਾਂਗ ਦਿਖਦੇ ਸੀ। ਹਾਲਾਂਕਿ ਆਖਰੀ ਨਤੀਜਾ ਕੀ ਹੈ? ਅੰਤ ਵਿੱਚ ਪਰਮੇਸ਼ਵਰ ਨੇ ਇਜ਼ਰਾਈਲੀਆਂ ਨੂੰ ਜਿੱਤ ਪ੍ਰਦਾਨ ਕੀਤੀ ਹੈ ਨਾ। ਉਹਨਾਂ ਨੂੰ ਲਗਾਤਾਰ ਯਾਦ ਕਰਵਾਇਆ ਗਿਆ ਸੀ, ਪਰਮੇਸ਼ਵਰ ਸਾਡੇ ਨਾਲ ਹਨ। ਜਦੋਂ ਤੱਕ ਪਰਮੇਸ਼ਵਰ ਸਾਡੇ ਨਾਲ ਹਨ ਉਹ ਕੁਝ ਵੀ ਨਹੀਂ ਹਨ। ਪਰਛਾਵਾਂ ਉਹਨਾਂ ਦੇ ਉੱਪਰੋਂ ਹਟ ਗਿਆ, ਪਰ ਸਾਡੇ ਪਰਮੇਸ਼ਵਰ ਸਾਡੇ ਨਾਲ ਹਨ, ਹੈ ਨਾ। ਇਸ ਲਈ ਉਹ ਸਾਡੀ ਰੋਟੀ ਠਹਿਰਨਗੇ। ਉਸੇ ਤਰ੍ਹਾਂ ਪਰਮੇਸ਼ਵਰ ਹਮੇਸ਼ਾ ਸਾਡੇ ਮਨ ਨੂੰ ਸ਼ੁੱਧ ਕਰਦੇ ਹਨ ਤਾਂ ਜੋ ਅਸੀਂ ਮੁਸ਼ਕਿਲਾਂ ਉੱਤੇ ਜਿੱਤ ਪਾ ਸਕੀਏ ਅਤੇ ਜਿੱਤ ਪ੍ਰਾਪਤ ਕਰਨਾ ਜਾਰੀ ਰੱਖ ਸਕੀਏ। ਅੰਤ ਵਿੱਚ ਪਰਮੇਸ਼ਵਰ ਇਹਨਾਂ ਲੋਕਾਂ ਦੀ ਅਗਵਾਈ ਸਦੀਪਕ ਸਵਰਗ ਦੇ ਰਾਜ ਵਿੱਚ ਕਰਦੇ ਹਨ। ਆਓ ਅਸੀਂ ਅੱਜ ਪਰਮੇਸ਼ਵਰ ਦੇ ਵਚਨਾਂ ਦੁਆਰਾ ਇੱਕ ਵਾਰ ਫਿਰ ਇਸ ਨੂੰ ਸਮਝੀਏ। ਆਓ ਅਸੀਂ ਵਿਵਸਥਾ ਸਾਰ ਅਧਿਆਇ 8 ਉੱਤੇ ਜਾਈਏ। ਅਧਿਆਇ 8 ਆਇਤ 1। ਇਹ ਸਾਰਾ ਹੁਕਮਨਾਮਾ ਜਿਹੜਾ ਮੈਂ ਅੱਜ ਤੁਹਾਨੂੰ ਦਿੰਦਾ ਹਾਂ ਉਸ ਨੂੰ ਪੂਰਾ ਕਰਨ ਦੀ ਪਾਲਣਾ ਕਰੋ। ਪਰਮੇਸ਼ਵਰ ਦਾ ਕੋਈ ਵੀ ਵਚਨ ਜਿਸ ਦਾ ਪਾਲਨ ਕਰਨ ਦਾ ਉਹ ਸਾਨੂੰ ਹੁਕਮ ਦਿੰਦੇ ਹਨ ਆਸਾਨ ਨਹੀਂ ਹੈ। ਕਈ ਵਾਰ ਪਰਮੇਸ਼ਵਰ ਸਾਨੂੰ ਕੁਝ ਅਜਿਹਾ ਕਰਨ ਦਾ ਹੁਕਮ ਦਿੰਦੇ ਹਨ ਜਿਸ ਨੂੰ ਅਸੀਂ ਪਸੰਦ ਨਹੀਂ ਕਰਦੇ ਜਾਂ ਸਾਡਾ ਉਸ ਨੂੰ ਕਰਨ ਦਾ ਮਨ ਨਹੀਂ ਹੁੰਦਾ। ਕਈ ਵਾਰ ਪਰਮੇਸ਼ਵਰ ਸਾਨੂੰ ਉਸ ਰਾਹ ਉੱਤੇ ਚੱਲਣ ਦਾ ਹੁਕਮ ਦਿੰਦੇ ਹਨ ਜਿਸ ਉੱਤੇ ਅਸੀਂ ਚੱਲਣਾ ਨਹੀਂ ਚਾਹੁੰਦੇ, ਕਿਉਂਕਿ ਸਾਨੂੰ ਜੋ ਪਾਲਣ ਕਰਨ ਲਈ ਕਿਹਾ ਗਿਆ ਹੈ ਉਹ ਪਰਮੇਸ਼ਵਰ ਦਾ ਹੁਕਮ ਹੈ। ਫਿਰ ਸਾਡੇ ਅੰਦਰ ਇੱਕ ਅੰਦਰੂਨੀ ਸੰਘਰਸ਼ ਹੋ ਸਕਦਾ ਹੈ। ਅਸੀਂ ਸੋਚ ਸਕਦੇ ਹਾਂ ਅੱਜ ਸ਼ਨੀਵਾਰ ਹੈ, ਸੰਸਾਰ ਵਿੱਚ ਬਹੁਤ ਲੋਕ ਆਰਾਮ ਕਰ ਰਹੇ ਹਨ ਕਿਉਂਕਿ ਇਹ ਸਪਤਾਹਾਂਤ ਹੈ, ਕਿ ਮੈਨੂੰ ਚਰਚ ਜਾਣਾ ਚਾਹੀਦਾ ਹੈ ਜਾਂ ਨਹੀਂ। ਪਰਮੇਸ਼ਵਰ ਸਾਡੇ ਮਨਾਂ ਨੂੰ ਪਰਖਦੇ ਹਨ। ਸਾਨੂੰ ਇਹ ਸੋਚ ਕੇ ਹੁਕਮ ਦਾ ਪਾਲਣ ਕਰਨਾ ਚਾਹੀਦਾ ਹੈ, ਪਿਤਾ ਅਤੇ ਮਾਤਾ ਜੀ ਇਸ ਧਰਤੀ ਉੱਤੇ ਸਾਨੂੰ ਪਾਪੀਆਂ ਨੂੰ ਬਚਾਉਣ ਲਈ ਆਏ ਜਿਨ੍ਹਾਂ ਨੇ ਸਵਰਗ ਵਿੱਚ ਪਾਪ ਕੀਤਾ ਸੀ। ਇਸ ਕਾਰਨ ਮੈਨੂੰ ਜਾ ਕੇ ਇਸ ਸਬਤ ਦੇ ਦਿਨ ਉੱਤੇ ਖੁਸ਼ੀ ਨਾਲ ਆਰਾਧਨਾ ਕਰਨੀ ਚਾਹੀਦੀ ਹੈ। ਪੂਰੇ ਮਨ ਨਾਲ ਆਰਾਧਨਾ ਕਰਨ ਤੇ ਮੈਨੂੰ ਆਸ਼ੀਸ਼ ਪ੍ਰਾਪਤ ਹੋਵੇਗੀ। ਇਹ ਜਾਣਨ ਲਈ ਕਿ ਅਸੀਂ ਖੁਸ਼ ਮਨ ਨਾਲ ਆਰਾਧਨਾ ਕਰਨ ਆਉਂਦੇ ਹਾਂ ਜਾਂ ਨਹੀਂ, ਪਰਮੇਸ਼ਵਰ ਸਾਡੇ ਮਨਾਂ ਨੂੰ ਦੇਖਦੇ ਅਤੇ ਪਰਖਦੇ ਹਨ।
ਇਹ ਸਾਰਾ ਹੁਕਮਨਾਮਾ ਜਿਹੜਾ ਮੈਂ ਅੱਜ ਤੁਹਾਨੂੰ ਦਿੰਦਾ ਹਾਂ ਉਸ ਨੂੰ ਪੂਰਾ ਕਰਨ ਦੀ ਪਾਲਣਾ ਕਰੋ ਤਾਂ ਜੋ ਤੁਸੀਂ ਜਿਉਂਦੇ ਰਹੋ ਅਤੇ ਵਧੋ ਅਤੇ ਤੁਸੀਂ ਜਾ ਕੇ ਉਸ ਧਰਤੀ ਉੱਤੇ ਕਬਜ਼ਾ ਕਰੋ ਜਿਹਦੀ ਸਹੁੰ ਯਹੋਵਾ ਨੇ ਤੁਹਾਡੇ ਪਿਓ ਦਾਦਿਆਂ ਨਾਲ ਖਾਧੀ ਸੀ। ਤੁਸੀਂ ਉਸ ਸਾਰੇ ਰਸਤੇ ਨੂੰ ਯਾਦ ਰੱਖੋ ਜਿਹਦੇ ਵਿੱਚ ਯਹੋਵਾ ਤੁਹਾਡਾ ਪਰਮੇਸ਼ਵਰ ਤੁਹਾਨੂੰ 40 ਬਰੇ ਉਜਾੜ ਦੇ ਵਿੱਚ ਲਈ ਫਿਰਦਾ ਰਿਹਾ ਤਾਂ ਜੋ ਉਹ ਤੁਹਾਨੂੰ ਅਧੀਨ ਕਰੇ ਅਤੇ ਕੀ ਕਰੇ, ਪਰਖੇ ਅਤੇ ਜਾਣੇ। ਪਰਮੇਸ਼ਵਰ ਸਾਡੇ ਮਨਾਂ ਨੂੰ ਪਰਖ ਕੇ ਕੀ ਕਰ ਰਹੇ ਹਨ? ਪਰਮੇਸ਼ਵਰ ਸਾਡੇ ਮਨਾਂ ਨੂੰ ਸ਼ੁੱਧ ਕਰ ਰਹੇ ਹਨ। ਪਰਮੇਸ਼ਵਰ ਨੇ 40 ਸਾਲ ਤੱਕ ਸਵਰਗ ਵਿੱਚੋਂ ਮਨ ਬਰਸਾਇਆ। ਫਿਰ ਉਸ ਸ਼ਕਤੀ ਨਾਲ ਜਦੋਂ ਇਜ਼ਰਾਈਲੀਆਂ ਕੋਲ ਪੀਣ ਲਈ ਪਾਣੀ ਨਹੀਂ ਸੀ, ਫਿਰ ਕੀ ਪਰਮੇਸ਼ਵਰ ਮੀਂਹ ਨਹੀਂ ਪੈਣ ਦੇ ਸਕਦੇ ਸੀ? ਹਾਲਾਂਕਿ ਪਰਮੇਸ਼ਵਰ ਨੇ ਇਜ਼ਰਾਈਲੀਆਂ ਦੀ ਜੰਗਲ ਵਿੱਚ ਅਗਵਾਈ ਕੀਤੀ ਜਿੱਥੇ ਪਾਣੀ ਦੀਆਂ ਬੂੰਦਾਂ ਵੀ ਨਹੀਂ ਸੀ ਅਤੇ ਜਦੋਂ ਉਹਨਾਂ ਨੇ ਪਾਣੀ ਨਾ ਹੋਣ ਦੀ ਸ਼ਿਕਾਇਤ ਕੀਤੀ ਫਿਰ ਪਾਣੀ ਲਈ ਮੂਸਾ ਨੂੰ ਇੱਕ ਚਟਾਨ ਉੱਤੇ ਮਾਰਨ ਦਿੱਤਾ। ਕਿ ਉਹ ਉਹਨਾਂ ਦੇ ਬੁੜਬੁੜਾਉਣ ਤੋਂ ਪਹਿਲਾਂ ਉਹਨਾਂ ਨੂੰ ਪਾਣੀ ਨਹੀਂ ਦੇ ਸਕਦੇ ਸੀ? ਜਦੋਂ ਮੈਂ ਦੇਖਦਾ ਹਾਂ ਕਿ ਇਜ਼ਰਾਈਲੀਆਂ ਦੇ 40 ਸਾਲਾਂ ਤੱਕ ਜੰਗਲ ਵਿੱਚ ਰਹਿਣ ਦੇ ਦੌਰਾਨ ਕੀ ਹੋਇਆ ਸੀ ਤਦ ਮੈਨੂੰ ਹੈਰਾਨੀ ਹੁੰਦੀ ਹੈ। ਉਹਨਾਂ ਦੇ ਸ਼ਿਕਾਇਤ ਕਰਨ ਤੋਂ ਪਹਿਲਾਂ ਹੀ ਪਰਮੇਸ਼ਵਰ ਉਹਨਾਂ ਨੂੰ ਉਹ ਪ੍ਰਦਾਨ ਕਰ ਸਕਦੇ ਸੀ ਜਿਸ ਦੀ ਉਹਨਾਂ ਨੂੰ ਜ਼ਰੂਰਤ ਸੀ। ਤਦ ਉਹਨਾਂ ਨੇ ਸ਼ਿਕਾਇਤ ਨਹੀਂ ਕੀਤੀ ਹੁੰਦੀ। ਉਹਨਾਂ ਨੇ ਅਜਿਹਾ ਕਿਉਂ ਨਹੀਂ ਕੀਤਾ? ਇਸ ਦਾ ਕਾਰਨ ਕੀ ਸੀ? ਚਾਂਦੀ ਲਈ ਕੁਠਾਲੀ ਅਤੇ ਸੋਨੇ ਲਈ ਭੱਠੀ ਹੈ। ਫਿਰ ਪਰਮੇਸ਼ਵਰ ਹਰ ਸਥਿਤੀ ਵਿੱਚ ਕੀ ਪਰਖਦੇ ਹਨ? ਸਾਨੂੰ ਸੋਚਣਾ ਚਾਹੀਦਾ ਹੈ ਕਿ ਸਾਡੇ ਕੋਲ ਪਰਮੇਸ਼ਵਰ ਨਹੀਂ ਹਨ, ਕਿ ਸਾਡੇ ਕੋਲ ਸਵਰਗ ਦਾ ਰਾਜ ਨਹੀਂ ਹੈ। ਹਰ ਇੱਕ ਪਲ ਵਿੱਚ ਸਾਡੇ ਵਿਸ਼ਵਾਸ ਨੂੰ ਪਰਖਣ ਵਿੱਚ ਪਰਮੇਸ਼ਵਰ ਦੀ ਡੂੰਘੀ ਇੱਛਾ ਅੰਤ ਵਿੱਚ ਸਾਨੂੰ ਸਵਰਗ ਦੇ ਵਡਿਆਈ ਭਰੇ ਰਾਜ ਵਿੱਚ ਸਦੀਪਕ ਜੀਵਨ ਅਤੇ ਆਸ਼ੀਸ਼ ਦੇਣਾ ਹੈ। ਪਰਮੇਸ਼ਵਰ ਨੇ ਇਜ਼ਰਾਈਲੀਆਂ ਨੂੰ ਨਿਮਰ ਕੀਤਾ ਅਤੇ ਉਹਨਾਂ ਨੂੰ ਇਹ ਨਗਰ ਵਿੱਚ ਹਾਰਨ ਦਿੱਤਾ। ਇਸ ਦਾ ਕਾਰਨ ਨਿਸ਼ਚਿਤ ਰੂਪ ਨਾਲ ਅਜਿਹਾ ਨਹੀਂ ਸੀ ਕਿ ਉਹਨਾਂ ਕੋਲ ਕੋਈ ਸ਼ਕਤੀ ਨਹੀਂ ਸੀ। ਜਦੋਂ ਸਾਡੇ ਕੋਲ ਪਰਮੇਸ਼ਵਰ ਦੇ ਪ੍ਰਤੀ ਸਹੀ ਸੋਚ ਹੁੰਦੀ ਹੈ ਫਿਰ ਅਸੀਂ ਅੰਦਰ ਆਉਂਦੇ ਸਮੇਂ ਧਨ ਹੋ ਸਕਦੇ ਹਾਂ ਅਤੇ ਬਾਹਰ ਜਾਂਦੇ ਸਮੇਂ ਧਨ ਹੋ ਸਕਦੇ ਹਾਂ। ਪਰਮੇਸ਼ਵਰ ਨੇ ਸਾਡੇ ਲਈ ਇਹ ਰਾਹ ਖੋਲ੍ਹ ਦਿੱਤਾ ਹੈ। ਆਓ ਅਸੀਂ ਵਿਵਸਥਾ ਸਾਰ ਅਧਿਆਇ 8 ਦੁਆਰਾ ਇਸ ਨੂੰ ਇੱਕ ਵਾਰ ਫਿਰ ਆਪਣੇ ਹਿਰਦੇ ਉੱਤੇ ਅੰਕਿਤ ਕਰੀਏ। ਆਓ ਅਸੀਂ ਫਿਰ ਤੋਂ ਆਇਤ 2 ਦੇਖੀਏ। ਤੁਸੀਂ ਉਸ ਰਸਤੇ ਨੂੰ ਯਾਦ ਰੱਖੋ ਜਿਹਦੇ ਵਿੱਚ ਯਹੋਵਾ ਤੁਹਾਡਾ ਪਰਮੇਸ਼ਵਰ ਤੁਹਾਨੂੰ 40 ਬਰੇ ਉਜਾੜ ਦੇ ਵਿੱਚ ਲਈ ਫਿਰਦਾ ਰਿਹਾ ਤਾਂ ਜੋ ਉਹ ਤੁਹਾਨੂੰ ਅਧੀਨ ਕਰੇ ਅਤੇ ਪਰਖੇ ਅਤੇ ਜਾਣੇ ਪਾਈ ਤੁਹਾਡੇ ਮਨ ਵਿੱਚ ਕੀ ਹੈ, ਅਰਥਾਤ ਕਿ ਤੁਸੀਂ ਉਸ ਦੇ ਹੁਕਮਾਂ ਉੱਤੇ ਚੱਲੋਗੇ ਵੀ ਕਿ ਨਹੀਂ। ਉਸ ਨੇ ਤੁਹਾਨੂੰ ਅਧੀਨ ਕੀਤਾ ਅਤੇ ਤੁਹਾਨੂੰ ਭੁੱਖੇ ਹੋਣ ਦਿੱਤਾ ਅਤੇ ਉਹ ਮਨ ਜਿਸ ਨੂੰ ਨਾ ਤੁਸੀਂ ਨਾ ਤੁਹਾਡੇ ਪਿਓ ਦਾਦੇ ਜਾਣਦੇ ਸਨ ਤੁਹਾਨੂੰ ਖਿਲਾਇਆ ਤਾਂ ਜੋ ਤੁਹਾਨੂੰ ਸਿਖਾਵੇ ਭਈ ਆਦਮੀ ਨਿਰੀ ਰੋਟੀ ਨਾਲ ਹੀ ਜਿਉਂਦਾ ਨਹੀਂ ਰਹੇਗਾ ਪਰ ਹਰ ਇੱਕ ਵਾਕ ਨਾਲ ਜਿਹੜਾ ਯਹੋਵਾ ਦੇ ਮੂੰਹੋਂ ਨਿਕਲਦਾ ਹੈ ਆਦਮੀ ਜਿਉਂਦਾ ਰਹੇਗਾ। ਪਰਮੇਸ਼ਵਰ ਦੇ ਵਚਨ ਸੰਪੂਰਨ ਹਨ। ਜੇਕਰ ਅਸੀਂ ਪਰਮੇਸ਼ਵਰ ਦੇ ਵਚਨ ਦਾ ਪਾਲਨ ਕਰਦੇ ਹਾਂ ਫਿਰ ਅਸੀਂ ਧਨ ਹੋ ਸਕਦੇ ਹਾਂ। ਜੇਕਰ ਅਸੀਂ ਪਰਮੇਸ਼ਵਰ ਦਾ ਪਾਲਨ ਕਰਦੇ ਹਾਂ ਫਿਰ ਸਵਰਗ ਦੇ ਰਾਜ ਦਾ ਉਹ ਰਾਜ ਜਿਸ ਨੂੰ ਅਸੀਂ ਪਹਿਲਾਂ ਨਹੀਂ ਜਾਣਦੇ ਸੀ ਸਾਡੇ ਲਈ ਖੁੱਲ੍ਹ ਜਾਵੇਗਾ। ਹਾਲਾਂਕਿ ਜਦੋਂ ਲੋਕਾਂ ਨੂੰ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਜਿਉਣ ਲਈ ਕਿਹਾ ਜਾਂਦਾ ਹੈ ਫਿਰ ਬਹੁਤ ਸਾਰੇ ਲੋਕ ਕਹਿੰਦੇ ਹਨ ਅਸੀਂ ਪਰਮੇਸ਼ਵਰ ਦੇ ਸਾਰੇ ਵਚਨਾਂ ਦਾ ਪਾਲਨ ਕਿਵੇਂ ਕਰ ਸਕਦੇ ਹਾਂ। ਬਹੁਤ ਸਾਰੇ ਲੋਕ ਆਸਾਨੀ ਨਾਲ ਇਹ ਬਹਾਨਾ ਦੱਸਦੇ ਹਨ। ਆਓ ਅਸੀਂ ਆਇਤ 4 ਨਾਲ ਜਾਰੀ ਰੱਖੀਏ। ਇਹਨਾਂ 40 ਵਰ੍ਹਿਆਂ ਵਿੱਚ ਨਾ ਤੁਹਾਡੇ ਉੱਪਰਲੇ ਬਸਤਰ ਹੰਡੇ ਨਾ ਤੁਹਾਡੇ ਪੈਰ ਸੁੱਜੇ। ਤੁਸੀਂ ਆਪਣੇ ਮਨ ਵਿੱਚ ਵਿਚਾਰ ਕਰੋ ਕਿ ਜਿਵੇਂ ਮਨੁੱਖ ਆਪਣੇ ਪੁੱਤਰ ਨੂੰ ਤਾੜਦਾ ਹੈ ਤਿਵੇਂ ਯਹੋਵਾ ਤੁਹਾਡਾ ਪਰਮੇਸ਼ਵਰ ਤੁਹਾਨੂੰ ਤਾੜਦਾ ਰਿਹਾ। ਸਾਨੂੰ ਕੀ ਕਰਨਾ ਚਾਹੀਦਾ ਹੈ? ਯਹੋਵਾ ਆਪਣੇ ਪਰਮੇਸ਼ਵਰ ਦੇ ਹੁਕਮਾਂ ਦੀ ਪਾਲਣਾ ਕਰੋ ਤਾਂ ਜੋ ਉਸ ਦੇ ਰਾਹਾਂ ਉੱਤੇ ਚੱਲੋ ਅਤੇ ਉਸ ਤੋਂ ਡਰਦੇ ਰਹੋ। ਸਾਨੂੰ ਕਿਸੇ ਵੀ ਸਥਿਤੀ ਵਿੱਚ ਪਰਮੇਸ਼ਵਰ ਦੇ ਹੁਕਮਾਂ ਦਾ ਪਾਲਣ ਕਰਨਾ ਚਾਹੀਦਾ ਹੈ। ਜਦੋਂ ਪਰਮੇਸ਼ਵਰ ਨੇ ਅਬਰਾਹਮ ਨੂੰ ਕਿਹਾ ਆਪਣੇ ਇਕਲੌਤੇ ਪੁੱਤਰ ਇਸਹਾਕ ਨੂੰ ਜਿਸ ਨੂੰ ਤੂੰ 100 ਸਾਲ ਦੀ ਉਮਰ ਵਿੱਚ ਜਨਮ ਦਿੱਤਾ ਬਲੀਦਾਨ ਕਰ, ਫਿਰ ਅਬਰਾਹਮ ਕੋਲ ਕਿਸ ਤਰ੍ਹਾਂ ਦਾ ਮਨ ਸੀ? ਉਹ ਸੋਚ ਸਕਦਾ ਸੀ ਜੇਕਰ ਮੈਂ ਉਸ ਨੂੰ ਹਮੇਸ਼ਾ ਲਈ ਰੱਖ ਨਹੀਂ ਸਕਦਾ ਹਾਂ ਫਿਰ ਪਰਮੇਸ਼ਵਰ ਨੇ ਪਹਿਲਾਂ ਮੈਨੂੰ ਇਸਹਾਕ ਨੂੰ ਕਿਉਂ ਦਿੱਤਾ? 100 ਸਾਲ ਦਾ ਹੋਣ ਤੇ ਉਹਨਾਂ ਨੇ ਮੈਨੂੰ ਇੱਕ ਪੁੱਤਰ ਕਿਉਂ ਦਿੱਤਾ ਅਤੇ ਹੁਣ ਉਹ ਉਸ ਨੂੰ ਮੇਰੇ ਤੋਂ ਲੈਣਾ ਚਾਹੁੰਦੇ ਹਨ? ਇਹ ਠੀਕ ਨਹੀਂ ਹੈ। ਉਹ ਮੇਰਾ ਇਕਲੌਤਾ ਪੁੱਤਰ ਸੀ। ਉਹ ਇਸ ਤਰ੍ਹਾਂ ਸ਼ਿਕਾਇਤ ਕਰ ਸਕਦਾ ਸੀ। ਉਸ ਦੇ ਮਨ ਵਿੱਚ ਚੰਗੇ ਵਿਚਾਰਾਂ ਅਤੇ ਬੁਰੇ ਵਿਚਾਰਾਂ ਦੇ ਵਿਚਕਾਰ ਲੜਾਈ ਹੋਈ ਹੋਵੇਗੀ। ਪਰ ਅਬਰਾਹਮ ਦਾ ਵਿਸ਼ਵਾਸ ਬਹੁਤ ਮਜ਼ਬੂਤ ਅਤੇ ਪੱਕਾ ਸੀ। ਉਸ ਨੂੰ ਪਰਮੇਸ਼ਵਰ ਦੇ ਵਾਅਦੇ ਉੱਤੇ ਪੂਰੀ ਤਰ੍ਹਾਂ ਵਿਸ਼ਵਾਸ ਸੀ ਕਿ ਉਹ ਉਸ ਦੇ ਪੁੱਤਰ ਦੁਆਰਾ ਉਸ ਦੀ ਸੰਤਾਨ ਨੂੰ ਆਕਾਸ਼ ਵਿੱਚ ਤਾਰਿਆਂ ਵਾਂਗ ਅਣਗਿਣਤ ਬਣਾਉਣਗੇ। ਇਸ ਕਾਰਨ ਭਾਵੇਂ ਇਸਹਾਕ ਤੋਂ ਬਿਨਾਂ ਕੋਈ ਸੰਤਾਨ ਨਾ ਹੋਣ ਤੇ ਵੀ ਉਸ ਦਾ ਮਨ ਬਿਲਕੁਲ ਵੀ ਨਹੀਂ ਡੋਲਿਆ। ਉਸ ਨੇ ਸੋਚਿਆ ਜੇਕਰ ਮੈਂ ਇਸਹਾਕ ਨੂੰ ਬਲੀ ਚੜਾਉਣ ਦਾ ਪਰਮੇਸ਼ਵਰ ਦੇ ਹੁਕਮ ਦਾ ਪਾਲਣ ਕਰਦਾ ਹਾਂ
ਫਿਰ ਪਰਮੇਸ਼ਵਰ ਨਿਸ਼ਚਿਤ ਰੂਪ ਨਾਲ ਮੈਨੂੰ ਅਣਗਿਣਤ ਕੁੱਲ ਦੇਣਗੇ, ਭਾਵੇਂ ਉਹਨਾਂ ਨੂੰ ਮੇਰੇ ਪੁੱਤਰ ਨੂੰ ਜਿਉਂਦਾ ਉਠਾ ਕੇ ਉਸ ਨੂੰ ਮਰੇ ਹੋਏ ਵਿੱਚੋਂ ਵਾਪਸ ਲਿਆਉਣਾ ਪਵੇ। ਕਿਉਂਕਿ ਅਬਰਾਹਮ ਕੋਲ ਪਰਮੇਸ਼ਵਰ ਦੇ ਵਾਅਦੇ ਉੱਤੇ ਇੰਨਾ ਸੰਪੂਰਨ ਵਿਸ਼ਵਾਸ ਸੀ, ਇਸ ਲਈ ਪਰਮੇਸ਼ਵਰ ਨੇ ਉਸ ਨੂੰ ਇੱਕ ਕੀਮਤੀ ਸਿਰਲੇਖ ਵਿਸ਼ਵਾਸ ਦਾ ਪੁਰਖਾ ਵੀ ਦਿੱਤਾ। ਪਰਮੇਸ਼ਵਰ ਨੇ ਇਹ ਕਹਿੰਦੇ ਹੋਏ ਆਸ਼ੀਸ਼ ਦਿੱਤੀ, ਜੋ ਤੈਨੂੰ ਆਸ਼ੀਸ਼ ਦਿੰਦੇ ਹਨ ਮੈਂ ਉਹਨਾਂ ਨੂੰ ਆਸ਼ੀਸ਼ ਦਿਆਂਗਾ, ਅਤੇ ਜੋ ਤੈਨੂੰ ਤੁੱਛ ਜਾਣਦਾ ਹੈ ਮੈਂ ਉਹਨੂੰ ਸ਼ਰਾਪ ਦਿਆਂਗਾ। ਜਦੋਂ ਅਸੀਂ ਉਸ ਮਾਰਗਾਂ ਉੱਤੇ ਇੱਕ ਨਜ਼ਰ ਪਾਉਂਦੇ ਹਾਂ ਜਿਨ੍ਹਾਂ ਉੱਤੇ ਵਿਸ਼ਵਾਸ ਦੇ ਪੁਰਖੇ ਇੱਕ ਇੱਕ ਕਰਕੇ ਚੱਲੇ ਸੀ, ਫਿਰ ਅਸੀਂ ਸੱਚਮੁੱਚ ਮਹਿਸੂਸ ਕਰ ਸਕਦੇ ਹਾਂ ਕਿ ਪਰਮੇਸ਼ਵਰ ਹੀ ਉਹ ਹਨ ਜੋ ਇਸ ਰਾਹ ਦੁਆਰਾ ਸਾਡੇ ਮਨਾਂ ਨੂੰ ਪਰਖਦੇ ਅਤੇ ਸ਼ੁੱਧ ਕਰਦੇ ਹਨ। 40 ਸਾਲ ਤੱਕ ਜੰਗਲ ਵਿੱਚ ਇਜ਼ਰਾਈਲੀਆਂ ਦੇ ਮਨਾਂ ਨੂੰ ਪਰਖਣ ਅਤੇ ਸ਼ੁੱਧ ਕਰਨ ਤੋਂ ਬਾਅਦ ਪਰਮੇਸ਼ਵਰ ਨੇ ਅੰਤ ਵਿੱਚ ਉਹਨਾਂ ਦੀ ਅਗਵਾਈ ਕਿੱਥੇ ਕੀਤੀ? ਪਰਮੇਸ਼ਵਰ ਨੇ ਕਨਾਨ ਦੇਸ਼ ਵਿੱਚ ਉਹਨਾਂ ਦੀ ਅਗਵਾਈ ਕੀਤੀ। ਉਸੇ ਤਰ੍ਹਾਂ ਵਿਸ਼ਵਾਸ ਦੇ ਜੰਗਲ ਵਿੱਚ ਸਾਡੇ ਮਨਾਂ ਨੂੰ ਲਗਾਤਾਰ ਪਰਖਣ ਅਤੇ ਸ਼ੁੱਧ ਕਰਨ ਤੋਂ ਬਾਅਦ ਪਰਮੇਸ਼ਵਰ ਸਾਨੂੰ ਕਿੱਥੇ ਲੈ ਜਾਣਾ ਚਾਹੁੰਦੇ ਹਨ? ਕਿ ਉਹ ਸਾਨੂੰ ਸਦੀਪਕ ਸਵਰਗ ਦੇ ਰਾਜ ਵਿੱਚ ਨਹੀਂ ਲੈ ਜਾਣਾ ਚਾਹੁੰਦੇ? ਸਾਰੇ ਲੋਕੋ, ਕਿ ਤੁਸੀਂ ਸਵਰਗ ਵਿੱਚ ਨਹੀਂ ਜਾਣਾ ਚਾਹੁੰਦੇ? ਤੁਸੀਂ ਉੱਥੇ ਜਾਣਾ ਚਾਹੁੰਦੇ ਹੋ, ਅਤੇ ਮੈਂ ਵੀ। ਸਵਰਗ ਦਾ ਰਾਜ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਸਾਨੂੰ ਅਤੇ ਸਾਰੀ ਮਨੁੱਖ ਜਾਤੀ ਨੂੰ ਜ਼ਰੂਰ ਜਾਣਾ ਚਾਹੀਦਾ ਹੈ। ਪਰਮੇਸ਼ਵਰ ਨੇ ਸਾਨੂੰ ਆਪਣੇ ਹੁਕਮ ਦਿੱਤੇ ਹਨ ਤਾਂ ਜੋ ਅਸੀਂ ਸਵਰਗ ਵਿੱਚ ਜੀ ਸਕੀਏ। ਅਸੀਂ ਸੋਚ ਸਕਦੇ ਹਾਂ ਕਿ ਇਹ ਵਧੀਆ ਹੁੰਦਾ ਜੇਕਰ ਪਰਮੇਸ਼ਵਰ ਨੇ ਸਾਨੂੰ ਕੋਈ ਹੁਕਮ ਨਾ ਦਿੱਤਾ ਹੁੰਦਾ। ਭਾਵੇਂ ਅਸੀਂ ਕੁਝ ਵੀ ਕਰਦੇ ਹੋਏ ਜਿਉਂਦੇ ਹਾਂ, ਸਾਨੂੰ ਸਾਰਿਆਂ ਨੂੰ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨ ਦਿੱਤਾ ਹੁੰਦਾ, ਕਿਉਂਕਿ ਅਸੀਂ ਉਹਨਾਂ ਦੀਆਂ ਸੰਤਾਨਾਂ ਹਾਂ। ਪਰ ਪਰਮੇਸ਼ਵਰ ਸਾਡੇ ਜੀਵਨ ਵਿੱਚ ਹਰ ਇੱਕ ਸਥਿਤੀ ਅਤੇ ਹਰ ਪਲ ਵਿੱਚ ਦਖਲ ਅੰਦਾਜ਼ੀ ਕਰਦੇ ਹਨ। ਉਹ ਸਾਡੇ ਸਿਰ ਦੇ ਵਾਲ ਵੀ ਗਿਣਦੇ ਹਨ। ਸਾਨੂੰ ਵੱਖ-ਵੱਖ ਸਥਿਤੀਆਂ ਵਿੱਚ ਰੱਖਦੇ ਹੋਏ ਪਰਮੇਸ਼ਵਰ ਸਾਡੇ ਮਨਾਂ ਨੂੰ ਪਰਖਣਾ ਜਾਰੀ ਰੱਖਦੇ ਹਨ ਅਤੇ ਸਾਡੇ ਮਨਾਂ ਨੂੰ ਦੇਖਦੇ ਹਨ। ਇਸ ਲਈ ਭਾਵੇਂ ਅਸੀਂ ਲੱਖਾਂ ਵੱਖ-ਵੱਖ ਸਥਿਤੀਆਂ ਦਾ ਅਭਿਆਸ ਕਰੀਏ, ਸਾਨੂੰ ਪੋਲੀਆਨਾ ਵਾਂਗ ਖੁਸ਼ੀ ਦੀ ਗੱਲ ਨੂੰ ਲੱਭਣਾ ਚਾਹੀਦਾ ਹੈ। ਕਈ ਵਾਰ ਪਰਮੇਸ਼ਵਰ ਸਾਨੂੰ ਮੁਸ਼ਕਿਲ ਸਥਿਤੀਆਂ ਦਿੰਦੇ ਹਨ, ਕਈ ਵਾਰ ਪਰਮੇਸ਼ਵਰ ਸਾਨੂੰ ਭੁੱਖੇ ਰਹਿਣ ਦਿੰਦੇ ਹਨ, ਅਤੇ ਕਈ ਵਾਰ ਪਰਮੇਸ਼ਵਰ ਸਾਨੂੰ ਪਿਆਸੇ ਰਹਿਣ ਦਿੰਦੇ ਹਨ। ਉਹਨਾਂ ਸਥਿਤੀਆਂ ਵਿੱਚ ਵੀ ਸਾਨੂੰ ਉਹ ਲੱਭਣਾ ਚਾਹੀਦਾ ਹੈ ਜਿਨ੍ਹਾਂ ਨਾਲ ਅਸੀਂ ਖੁਸ਼ ਹੋ ਸਕਦੇ ਹਾਂ। ਇਜ਼ਰਾਈਲੀਆਂ ਨੂੰ ਇਹ ਸੋਚਣਾ ਚਾਹੀਦਾ ਸੀ, ਘੱਟੋ ਘੱਟ ਸਾਨੂੰ ਕੋੜੇ ਨਹੀਂ ਮਾਰੇ ਜਾ ਰਹੇ, ਸਤਾਇਆ ਨਹੀਂ ਜਾ ਰਿਹਾ, ਮਾਲਕਾਂ ਦੇ ਚਿੱਕਣ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ, ਜਾਂ ਅਸੀਂ ਸਖਤ ਮਿਹਨਤ ਕਰਨ ਦਾ ਦੁੱਖ ਨਹੀਂ ਚੁੱਕ ਰਹੇ ਹਾਂ। ਪਰਮੇਸ਼ਵਰ ਸਾਨੂੰ ਹੋਰ ਜ਼ਿਆਦਾ ਅਨੁਕੂਲ ਹਾਲਾਤਾਂ ਵਿੱਚ ਲਿਆਏ ਹਨ। ਜੇਕਰ ਪੋਲੀਆਨਾ ਜੰਗਲ ਵਿੱਚ ਹੁੰਦੀ ਤਾਂ ਛੋਟੀ ਕੁੜੀ ਹੋਣ ਦੇ ਬਾਵਜੂਦ ਉਹ ਕੁਝ ਇਸ ਤਰ੍ਹਾਂ ਕਹਿੰਦੀ, ਸਾਡਾ ਸਿਯੋਨ ਅਜਿਹਾ ਹੀ ਹੋਣਾ ਚਾਹੀਦਾ ਹੈ। ਆਓ ਅਸੀਂ ਪਹਿਲਾ ਥਿਸਲੋਨੀਕੀਆਂ ਅਧਿਆਇ 5 ਵਚਨ 12 ਪੜ੍ਹੀਏ। ਹੁਣ ਹੇ ਭਰਾਵੋ, ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ ਭਈ ਜਿਹੜੇ ਤੁਹਾਡੇ ਵਿੱਚ ਮਿਹਨਤ ਕਰਦੇ ਹਨ ਅਤੇ ਪ੍ਰਭੂ ਵਿੱਚ ਤੁਹਾਡੇ ਆਗੂ ਹਨ ਅਤੇ ਤੁਹਾਨੂੰ ਚਿਤਾਰਦੇ ਹਨ, ਤੁਸੀਂ ਉਹਨਾਂ ਨੂੰ ਮੰਨੋ ਅਤੇ ਉਹਨਾਂ ਦੇ ਕੰਮ ਦੀ ਖਾਤਰ ਪ੍ਰੇਮ ਨਾਲ ਉਹਨਾਂ ਦਾ ਬਹੁਤਾ ਹੀ ਆਦਰ ਕਰੋ। ਸਾਨੂੰ ਹੋਰ ਕੀ ਕਰਨਾ ਚਾਹੀਦਾ ਹੈ? ਆਪੋ ਵਿੱਚ ਮੇਲ ਰੱਖੋ। ਇਹ ਪਰਮੇਸ਼ਵਰ ਦੇ ਵਚਨ ਹਨ। ਪਰਮੇਸ਼ਵਰ ਸਾਨੂੰ ਮੇਲ ਮਿਲਾਪ ਨਾਲ ਰਹਿਣ ਲਈ ਕਹਿੰਦੇ ਹਨ। ਹਾਲਾਂਕਿ ਸਾਨੂੰ ਨਿਸ਼ਚਿਤ ਰੂਪ ਨਾਲ ਕੁਝ ਅਜਿਹੇ ਵਾਤਾਵਰਣ ਜਾਂ ਲੋਕਾਂ ਦਾ ਸਾਹਮਣਾ ਕਰਨਾ ਪਵੇਗਾ ਜਿਸ ਕਾਰਨ ਆਪਸ ਵਿੱਚ ਮੇਲ ਮਿਲਾਪ ਨਾਲ ਰਹਿਣਾ ਮੁਸ਼ਕਿਲ ਹੋਵੇਗਾ। ਜੇਕਰ ਸਾਡੇ ਲਈ ਆਪਸ ਵਿੱਚ ਮੇਲ ਮਿਲਾਪ ਨਾਲ ਰਹਿਣਾ ਆਸਾਨ ਹੁੰਦਾ, ਫਿਰ ਪਰਮੇਸ਼ਵਰ ਨੂੰ ਸਾਨੂੰ ਇਸ ਤਰ੍ਹਾਂ ਕਰਨ ਲਈ ਕਹਿਣ ਦੀ ਜ਼ਰੂਰਤ ਨਹੀਂ ਹੁੰਦੀ। ਆਓ ਅਸੀਂ ਆਇਤ 14 ਨਾਲ ਜਾਰੀ ਰੱਖੀਏ। ਹੇ ਭਰਾਵੋ, ਅਸੀਂ ਤੁਹਾਨੂੰ ਤਕੀਦ ਕਰਦੇ ਹਾਂ ਜੋ ਤੁਸੀਂ ਕਸੂਤਿਆਂ ਨੂੰ ਸਮਝਾਓ, ਕਮ ਦਿਲਿਆਂ ਨੂੰ ਦਿਲਾਸਾ ਦਿਓ, ਨਿਤਾਣਿਆਂ ਨੂੰ ਸੰਭਾਲੋ, ਸਭਨਾਂ ਨਾਲ ਧੀਰਜ ਕਰੋ। ਵੇਖਣਾ ਭਾਈ ਕੋਈ ਕਿਸੇ ਨਾਲ ਬੁਰੇ ਦੇ ਵੱਟੇ ਬੁਰਾ ਨਾ ਕਰੇ, ਸਗੋਂ ਇੱਕ ਦੂਏ ਲਈ ਅਤੇ ਸਭਨਾਂ ਲਈ ਸਦਾ ਭਲਾਈ ਦੇ ਪਿੱਛੇ ਲੱਗੇ ਰਹੋ। ਸਾਨੂੰ ਕਿਵੇਂ ਰਹਿਣਾ ਚਾਹੀਦਾ ਹੈ? ਸਦਾ ਆਨੰਦ ਰਹੋ। ਸਾਨੂੰ ਸਿਯੋਨ ਵਿੱਚ ਖੁਸ਼ੀ ਦੀ ਖੇਡ ਖੇਡਣ ਵਿੱਚ ਸਫਲ ਹੋਣਾ ਚਾਹੀਦਾ ਹੈ। ਜਦੋਂ ਪਰਮੇਸ਼ਵਰ ਸਾਨੂੰ ਸਦਾ ਖੁਸ਼ ਰਹਿਣ ਲਈ ਕਹਿੰਦੇ ਹਨ, ਤਦ ਇਸ ਦਾ ਮਤਲਬ ਹੈ ਕਿ ਸਾਨੂੰ ਹਰ ਸਥਿਤੀ ਵਿੱਚ ਖੁਸ਼ੀ ਲੱਭਣ ਦੀ ਜ਼ਰੂਰਤ ਹੈ, ਭਾਵੇਂ ਉਹ ਵਧੀਆ ਸਥਿਤੀ ਹੋਵੇ, ਮੁਸ਼ਕਿਲ ਸਥਿਤੀ ਹੋਵੇ ਜਾਂ ਦੁਖਦ ਸਥਿਤੀ ਹੋਵੇ। ਜਦੋਂ ਇੱਕ ਵਿਅਕਤੀ ਖੁਸ਼ੀ ਦੀ ਖੇਡ ਖੇਡਣ ਉੱਤੇ ਧਿਆਨ ਕੇਂਦਰਿਤ ਕਰਦਾ ਹੈ, ਫਿਰ ਉਸ ਦਾ ਵਾਤਾਵਰਣ ਬਦਲ ਜਾਵੇਗਾ ਅਤੇ ਫਿਰ ਪੂਰਾ ਦੇਸ਼ ਬਦਲ ਜਾਵੇਗਾ। ਅੰਤ ਵਿੱਚ ਪੂਰੀ ਦੁਨੀਆ ਬਦਲ ਜਾਵੇਗੀ। ਹਰ ਗੱਲ ਵਿੱਚ ਦਾ ਮਤਲਬ ਹੈ ਕਿ ਸਾਨੂੰ ਕਿਸੇ ਵੀ ਸਥਿਤੀ ਵਿੱਚ ਧੰਨਵਾਦ ਦੇਣਾ ਚਾਹੀਦਾ ਹੈ, ਭਾਵੇਂ ਸਾਨੂੰ ਅਜਿਹੇ ਵਾਤਾਵਰਣ ਜਾਂ ਸਥਿਤੀ ਵਿੱਚ ਰੱਖਿਆ ਜਾਵੇ ਜਿੱਥੇ ਧੰਨਵਾਦ ਦੇਣ ਲਈ ਕੁਝ ਲੱਭਣਾ ਮੁਸ਼ਕਿਲ ਲੱਗਦਾ ਹੈ। ਇਹ ਕਿਸ ਦੀ ਇੱਛਾ ਹੈ? ਆਓ ਅਸੀਂ ਆਇਤ 18 ਨਾਲ ਜਾਰੀ ਰੱਖੀਏ। ਹਰ ਹਾਲ ਵਿੱਚ ਧੰਨਵਾਦ ਕਰੋ, ਕਿਉਂ ਜੋ ਤੁਹਾਡੇ ਲਈ ਮਸੀਹ ਯੀਸ਼ੂ ਵਿੱਚ ਪਰਮੇਸ਼ਵਰ ਦੀ ਇਹੋ ਇੱਛਾ ਹੈ।
ਆਤਮਾ ਨੂੰ ਨਾ ਬੁਝਾਓ, ਅਗੰਮ ਵਾਕਾਂ ਨੂੰ ਤੁੱਛ ਨਾ ਜਾਣੋ, ਸਭਨਾ ਗੱਲਾਂ ਨੂੰ ਪਰਖੋ, ਖਰੀਆਂ ਨੂੰ ਫੜੀ ਰੱਖੋ, ਹਰ ਪ੍ਰਕਾਰ ਦੀ ਬਦੀ ਤੋਂ ਲਾਂਭੇ ਰਹੋ। ਕੁਝ ਲੋਕ ਸ਼ਾਇਦ ਕਹਿ ਸਕਦੇ ਹਨ, ਦੁਨੀਆ ਵਿੱਚ ਕੋਈ ਵੀ ਉਸ ਤਰ੍ਹਾਂ ਨਹੀਂ ਜਿਉਂਦਾ, ਫਿਰ ਅਸੀਂ ਮੂਰਖ ਵਾਂਗੂ ਕਿਉਂ ਰਹੀਏ? ਅਸੀਂ ਮੂਰਖਾਂ ਵਾਂਗੂ ਨਹੀਂ ਜੀ ਰਹੇ ਹਾਂ, ਬਲਕਿ ਅਸਲ ਵਿੱਚ ਅਸੀਂ ਪ੍ਰਤਿਭਾਸ਼ਾਲੀ ਵਿਅਕਤੀਆਂ ਵਾਂਗ ਜੀ ਰਹੇ ਹਾਂ। ਅਜਿਹਾ ਕਿਉਂ ਹੈ? ਕਿ ਅਸੀਂ ਉਸ ਰਾਹ ਨੂੰ ਨਹੀਂ ਚੁਣਿਆ ਹੈ ਜਿੱਥੇ ਅਸੀਂ ਅੰਦਰ ਆਉਣ ਤੇ ਅਤੇ ਬਾਹਰ ਜਾਣ ਤੇ ਧਨ ਹੋ ਸਕਦੇ ਹਾਂ ਅਤੇ ਅੰਤ ਵਿੱਚ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰ ਸਕਦੇ ਹਾਂ। ਦੁਸ਼ਟ ਲੋਕਾਂ ਨੂੰ ਦੇਖਣ ਤੇ ਤੁਸੀਂ ਇੰਨੇ ਪਰੇਸ਼ਾਨ ਹੁੰਦੇ ਹੋ ਕਿ ਤੁਸੀਂ ਸੋਚ ਸਕਦੇ ਹੋ, ਮੈਂ ਚਾਹੁੰਦਾ ਹਾਂ ਉਹ ਨਸ਼ਟ ਹੋ ਜਾਣ। ਪਰ ਦੁਸ਼ਟਾਂ ਬਾਰੇ ਯੀਸ਼ੂ ਨੇ ਕਿਹਾ, ਉਹਨਾਂ ਨੂੰ ਮਾਫ ਕਰੋ ਕਿਉਂਕਿ ਉਹ ਨਹੀਂ ਜਾਣਦੇ ਕਿ ਕੀ ਕਰ ਰਹੇ ਹਨ। ਇੱਥੋਂ ਤੱਕ ਕਿ ਜਦੋਂ ਸਤਿਫਨਸ ਉੱਤੇ ਪਥਰਾ ਕਰਕੇ ਮਾਰਿਆ ਜਾ ਰਿਹਾ ਸੀ, ਉਦੋਂ ਵੀ ਉਹ ਇਹ ਕਹਿ ਸਕਿਆ, ਇਹ ਪਾਪ ਉਹਨਾਂ ਤੇ ਨਾ ਪਾਓ। ਉਹ ਸ਼ੁਕਰਗੁਜ਼ਾਰ ਮਹਿਸੂਸ ਕਰ ਰਿਹਾ ਸੀ ਕਿਉਂਕਿ ਸਵਰਗ ਜਿੱਥੇ ਉਹ ਜਾ ਰਹੇ ਸੀ ਠੀਕ ਉਸ ਦੇ ਸਾਹਮਣੇ ਸੀ। ਦੁਸ਼ਟ ਉਸ ਤਰ੍ਹਾਂ ਜਿਉਣ ਤੋਂ ਬਾਅਦ ਨਰਕ ਵਿੱਚ ਜਾਣਗੇ, ਪਰ ਅਸੀਂ ਜਿਵੇਂ ਜੀ ਰਹੇ ਹਾਂ ਉਸੇ ਤਰ੍ਹਾਂ ਜਿਉਣ ਤੋਂ ਬਾਅਦ ਸਵਰਗ ਜਾ ਰਹੇ ਹਾਂ। ਇਸ ਲਈ ਕਿ ਅਜਿਹੇ ਵਿਅਕਤੀ ਨੂੰ ਜਿਸ ਦੇ ਕੋਲ ਕੁਝ ਹੈ, ਉਸ ਵਿਅਕਤੀ ਲਈ ਅਫਸੋਸ ਮਹਿਸੂਸ ਨਹੀਂ ਹੋਵੇਗਾ ਜਿਸ ਕੋਲ ਕੁਝ ਨਹੀਂ ਹੈ। ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਕੋਲ ਸਭ ਕੁਝ ਹੈ, ਪਰ ਅਸਲ ਵਿੱਚ ਉਹਨਾਂ ਕੋਲ ਕੁਝ ਵੀ ਨਹੀਂ ਹੈ। ਕਿ ਸਾਡੇ ਕੋਲ ਉਹਨਾਂ ਦੀ ਤੁਲਨਾ ਵਿੱਚ ਬਹੁਤ ਜ਼ਿਆਦਾ ਨਹੀਂ ਹੈ। ਇਸ ਲਈ ਪਰਮੇਸ਼ਵਰ ਕਹਿੰਦੇ ਹਨ, ਸਦਾ ਆਨੰਦ ਰਹੋ, ਇਹ ਮੇਰੀ ਇੱਛਾ ਹੈ, ਇਹ ਸਾਡੇ ਸਵਰਗੀ ਪਿਤਾ ਦੀ ਇੱਛਾ ਹੈ। ਇਹ ਦੇਖਣ ਲਈ ਕਿ ਸਾਡੇ ਕੋਲ ਹੁਣ ਸਾਰੀਆਂ ਸਥਿਤੀਆਂ ਵਿੱਚ ਧੰਨਵਾਦ ਦੇਣ ਦਾ ਮਨ ਹੈ ਜਾਂ ਨਹੀਂ। ਕਈ ਵਾਰ ਪਰਮੇਸ਼ਵਰ ਸਾਡੇ ਆਲੇ ਦੁਆਲੇ ਅਚਾਨਕ ਅਤੇ ਨਾਪਸੰਦ ਚੀਜ਼ਾਂ ਹੋਣ ਦਿੰਦੇ ਹਨ। ਭਾਵੇਂ ਦੂਸਰੇ ਲੋਕ ਖੁਸ਼ੀ ਨਾਲ ਜੀਵਨ ਜਿਉਂਦੇ ਹੋਏ ਦਿਸਦੇ ਹਨ ਕਿਉਂਕਿ ਉਹਨਾਂ ਕੋਲ ਇਹ ਅਤੇ ਉਹ ਹੈ, ਪਰ ਆਤਮਿਕ ਦ੍ਰਿਸ਼ਟੀਕੋਣ ਨਾਲ ਅਸਲ ਵਿੱਚ ਉਹ ਸਾਰੇ ਤਰਸਯੋਗ ਲੋਕ ਹਨ। ਇਸ ਦੇ ਉਲਟ ਪਰਮੇਸ਼ਵਰ ਸਾਡੀਆਂ ਅੱਖਾਂ ਖੋਲ੍ਹਦੇ ਹਨ ਤਾਂ ਜੋ ਅਸੀਂ ਆਤਮਿਕ ਮਾਮਲਿਆਂ ਨੂੰ ਦੇਖ ਸਕੀਏ। ਪਰਮੇਸ਼ਵਰ ਸਾਨੂੰ ਉਹਨਾਂ ਨੂੰ ਸੁਣਨ ਅਤੇ ਸਮਝਣ ਦਿੰਦੇ ਹਨ। ਪਰਮੇਸ਼ਵਰ ਸਾਨੂੰ ਹਰ ਸਬਤ ਦੇ ਦਿਨ ਸਵਰਗੀ ਆਸ਼ੀਸ਼ਾਂ ਨੂੰ ਜਮ੍ਹਾਂ ਕਰਨ ਵਿੱਚ ਸਮਾਂ ਬਿਤਾਉਣ ਦੀ ਵੀ ਇਜਾਜ਼ਤ ਦਿੰਦੇ ਹਨ, ਪਰ ਉਹ ਆਪਣਾ ਪੂਰਾ ਜੀਵਨ ਨਸ਼ਟ ਹੋਣ ਵਾਲੀਆਂ ਚੀਜ਼ਾਂ ਲਈ ਬਿਤਾ ਰਹੇ ਹਨ। ਉਹ ਕਿੰਨੇ ਤਰਸਯੋਗ ਹਨ। ਇਸ ਲਈ ਪਰਮੇਸ਼ਵਰ ਕਹਿੰਦੇ ਹਨ, ਸਦਾ ਆਨੰਦ ਰਹੋ, ਮੈਂ ਹੁਣ ਤੁਹਾਡੇ ਮਨ ਨੂੰ ਪਰਖ ਰਿਹਾ ਅਤੇ ਸ਼ੁੱਧ ਕਰ ਰਿਹਾ ਹਾਂ। ਪਰਮੇਸ਼ਵਰ ਇਹ ਵੀ ਕਹਿੰਦੇ ਹਨ, ਹਰ ਹਾਲ ਵਿੱਚ ਧੰਨਵਾਦ ਕਰੋ। ਜਦੋਂ ਵੀ ਤੁਸੀਂ ਮੁਸ਼ਕਿਲ ਸਮੇਂ ਵਿੱਚ ਹੋਵੋ ਤਾਂ ਪ੍ਰਾਰਥਨਾ ਕਰੋ। ਆਓ ਅਸੀਂ ਹਰ ਸਮੇਂ ਸੰਵਾਦ ਕਰੀਏ। ਇਹ ਤੁਹਾਡੇ ਲਈ ਪਰਮੇਸ਼ਵਰ ਦੀ ਇੱਛਾ ਹੈ। ਅਸੀਂ ਸੱਚੀ ਵਿੱਚ ਧੰਨ ਹਾਂ ਕਿ ਪਰਮੇਸ਼ਵਰ ਸਾਡੇ ਮਾਤਾ ਪਿਤਾ ਹਨ। ਸਾਡੇ ਪਿਤਾ ਅਤੇ ਮਾਤਾ ਅਸਲ ਵਿੱਚ ਮਾਫ ਕਰਨ ਵਾਲੇ, ਉਦਾਰ ਅਤੇ ਸਹਿਣਸ਼ੀਲ ਹਨ। ਇਸ ਸਮੇਂ ਪਰਮੇਸ਼ਵਰ ਇੱਥੇ ਸਾਡੇ ਨਾਲ ਸਾਡੇ ਪਿਤਾ ਜੀ ਅਤੇ ਸਾਡੀ ਮਾਤਾ ਜੀ ਦੇ ਰੂਪ ਵਿੱਚ ਹਨ। ਭਾਵੇਂ ਅਸੀਂ ਸਵਰਗ ਦੇ ਪਾਪੀ ਹਾਂ, ਪਰ ਪਿਤਾ ਅਤੇ ਮਾਤਾ ਜੀ ਨੇ ਸਾਡੇ ਪ੍ਰਤੀ ਕੋਈ ਨਫ਼ਰਤ ਨਹੀਂ ਰੱਖੀ। ਇਸ ਦੇ ਬਜਾਏ ਉਹਨਾਂ ਨੇ ਆਪਣੇ ਸਵਰਗੀ ਸਿੰਘਾਸਨ ਨੂੰ ਪਿੱਛੇ ਛੱਡ ਦਿੱਤਾ ਅਤੇ ਆਪਣੇ ਵਡਿਆਈ ਭਰੇ ਪਵਿੱਤਰ ਸਰੀਰ ਨੂੰ ਮਾਂਸ ਦੇ ਡੇਰੇ ਵਿੱਚ ਲੁਕਾਉਂਦੇ ਹੋਏ ਇਸ ਧਰਤੀ ਉੱਤੇ ਨਿਚਲੇ ਮਨੁੱਖ ਦੇ ਰੂਪ ਵਿੱਚ ਆਏ। ਪਿਤਾ ਜੀ ਨੇ ਆਪਣਾ ਕੀਮਤੀ ਲਹੂ ਵੀ ਸਲੀਬ ਉੱਤੇ ਵਹਾਇਆ ਅਤੇ ਮਾਤਾ ਜੀ ਇਸ ਸਮੇਂ ਵੀ ਸਾਰੇ ਦੁੱਖਾਂ ਨੂੰ ਝੱਲਦੇ ਹੋਏ ਅਤੇ ਮਨੁੱਖ ਵਾਂਗ ਜਨਮ, ਬੁਢਾਪੇ, ਬਿਮਾਰੀ ਅਤੇ ਮੌਤ ਤੋਂ ਲੰਘਦੇ ਹੋਏ ਸਾਰੀਆਂ ਮੁਸ਼ਕਲਾਂ ਦਾ ਅਹਿਸਾਸ ਕਰ ਰਹੇ ਹਨ ਅਤੇ ਸਿਉਂਦੀਆਂ ਸੰਤਾਨਾਂ ਦੀ ਦੇਖਭਾਲ ਕਰ ਰਹੇ ਹਨ। ਅਸੀਂ ਅਕਸਰ ਆਪਣੇ ਸਰੀਰਕ ਪਿਤਾ ਅਤੇ ਆਪਣੀ ਸਰੀਰਕ ਮਾਤਾਵਾਂ ਦੀ ਦੇਖਭਾਲ ਕਰਨ ਵਿੱਚ ਲਾਪਰਵਾਹੀ ਕਰਦੇ ਹਾਂ। ਉਸੇ ਤਰ੍ਹਾਂ ਅਸੀਂ ਅਕਸਰ ਇਸ ਧਰਤੀ ਉੱਤੇ ਆਪਣੇ ਵਿਅਸਤ ਜੀਵਨ ਨੂੰ ਜਿਉਂਦੇ ਹੋਏ ਆਪਣੇ ਸਵਰਗੀ ਪਿਤਾ ਜੀ ਅਤੇ ਆਪਣੀ ਸਵਰਗੀ ਮਾਤਾ ਜੀ ਬਾਰੇ ਨਹੀਂ ਸੋਚਦੇ। ਆਓ ਅਸੀਂ ਹਮੇਸ਼ਾ ਪਿਤਾ ਜੀ ਅਤੇ ਮਾਤਾ ਜੀ ਦਾ ਡਰ ਮੰਨਣ ਲਈ ਵਿਸ਼ਵਾਸ ਨਾਲ ਇੱਕ ਕਿਰਪਾਲੂ ਮਨ ਰੱਖੀਏ ਅਤੇ ਕਹੀਏ, ਜਿਸ ਰਾਹ ਉੱਤੇ ਅਸੀਂ ਚੱਲ ਰਹੇ ਹਾਂ ਇਹ ਉਹ ਰਾਹ ਹੈ ਜਿਸ ਉੱਤੇ ਪਿਤਾ ਅਤੇ ਮਾਤਾ ਜੀ ਸਾਨੂੰ ਲਿਜਾਣਾ ਚਾਹੁੰਦੇ ਹਨ। ਇਹ ਇੱਕ ਰਾਹ ਹੈ ਜੋ ਉਹਨਾਂ ਨੇ ਸਾਡੇ ਲਈ ਤਿਆਰ ਕੀਤਾ ਹੈ, ਭਾਵੇਂ ਇਸ ਵਿੱਚ ਕਈ ਵਾਰ ਪਹਾੜੀਆਂ ਅਤੇ ਟੋਏ ਵੀ ਹੁੰਦੇ ਹਨ। ਇਸ ਲਈ ਅਸੀਂ ਅੰਤ ਤੱਕ ਇਮਾਨਦਾਰੀ ਨਾਲ ਇਸ ਰਾਹ ਉੱਤੇ ਚੱਲਾਂਗੇ। ਪਰਮੇਸ਼ਵਰ ਕਹਿੰਦੇ ਹਨ, ਪਰ ਜਿਹੜਾ ਅੰਤ ਤੋੜੀ ਸਹੇਗਾ ਸੋ ਹੀ ਬਚਾਇਆ ਜਾਵੇਗਾ। ਇਸ ਲਈ ਆਓ ਅਸੀਂ ਅੰਤ ਤੱਕ ਧੀਰਜ ਨਾਲ ਇਸ ਰਸਤੇ ਦਾ ਪਾਲਨ ਕਰੀਏ। ਮੈਂ ਇੱਕ ਵਾਰ ਫਿਰ ਸਾਡੇ ਪਿਤਾ ਅਤੇ ਸਾਡੀ ਮਾਤਾ ਹੋਣ ਲਈ ਸਵਰਗੀ ਪਿਤਾ ਅਤੇ ਸਵਰਗੀ ਮਾਤਾ ਜੀ ਨੂੰ ਧੰਨਵਾਦ, ਵਡਿਆਈ ਅਤੇ ਮਹਿਮਾ ਦੇਣਾ ਚਾਹੁੰਦਾ ਹਾਂ। ਇਹ ਆਸ ਕਰਦੇ ਹੋਏ ਕਿ ਤੁਸੀਂ ਬਹੁਤ ਕਿਰਪਾ ਪ੍ਰਾਪਤ ਕੀਤੀ ਹੈ, ਮੈਂ ਅੱਜ ਦਾ ਉਪਦੇਸ਼ ਖਤਮ ਕਰਨਾ ਚਾਹੁੰਦਾ ਹਾਂ।
ਤੁਹਾਡਾ ਬਹੁਤ ਬਹੁਤ ਧੰਨਵਾਦ।